ਕੱਲ੍ਹ ਦੇ ਦੀਵਾਨਾਂ ਅੰਦਰ ਆਪ ਜੀਆਂ ਨੇ ਸਰਵਨ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮੇਂ ਦੇ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਦੇ ਵਿੱਚ ਪਹੁੰਚੇ। ਵਾਰਤਾਲਾਪ ਹੋਈ, ਸਵਾਲ ਜਵਾਬ ਹੋਏ। ਸਤਿਗੁਰੂ ਮਹਾਰਾਜ ਜੀ ਨੂੰ ਆਖਿਆ, ਤੁਸੀਂ ਜੁਰਮਾਨਾ ਭਰੋ, ਤੁਸੀਂ ਅਪਰਾਧ ਕੀਤਾ ਹੈ। ਇੱਕ ਬਾਗੀ ਜਿਹਨੇ ਬਗਾਵਤ ਕੀਤੀ ਹੈ, ਉਹਦੀ ਤੁਸੀਂ ਮਦਦ ਕੀਤੀ, ਉਹਦੀ ਤੁਸੀਂ ਸਹਾਇਤਾ ਕੀਤੀ। ਸਤਿਗੁਰੂ ਮਹਾਰਾਜ ਜੀ ਨੇ ਆਖਿਆ, ਜਦ ਕੋਈ ਅਪਰਾਧ ਹੀ ਨਹੀਂ ਕੀਤਾ ਫਿਰ ਜੁਰਮਾਨਾ ਕਾਹਦਾ। ਦੂਸਰਾ, ਜੋ ਲਾਹੌਰ ਤੋਂ ਭਗਤ ਚੱਲ ਕੇ ਆਏ ਸੀ, ਕਾਨ੍ਹਾ ਵਰਗੇ, ਪਿੱਲੂ ਵਰਗੇ, ਸ਼ਾਹ ਹੁਸੈਨ ਵਰਗੇ, ਉਹਨਾਂ ਦੀ ਜਿਹੜੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਹੀਂ ਲਿਖੀ ਗਈ, ਕਿਉਂਕਿ ਇਹ ਨਿਮਰਤਾ ਤੇ ਪਿਆਰ ਵਾਲੀ ਬਾਣੀ ਹੈ। ਇਹ ਤੁਰਕੀ ਇਲਾਹੀ ਬਾਣੀ ਹੈ, ਇਹਦੇ ਵਿੱਚ ਹੰਕਾਰ ਵਾਲੀ ਬਾਣੀ ਨੂੰ ਥਾਂ ਨਹੀਂ। ਗੁਰਬਾਣੀ ਦਾ ਅਭਿਆਸ ਅਸੀਂ ਇਸ ਲਈ ਕਰਦੇ ਹਾਂ ਤਾਂ ਕਿ ਸਾਡੇ ਅੰਦਰੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦਾ ਜਿਹੜਾ ਉਹ ਛੁਟਕਾਰਾ ਹੋ ਜਾਏ। ਸਾਡੀ ਬੇਨਤੀ ਵੀ ਇਹੀ ਹੁੰਦੀ ਹੈ ਗੁਰਬਾਣੀ ਪੜ੍ਹ ਕੇ, ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਨ ਤੇ ਆਪ ਛਡਾਵੋ। ਕਾਮ, ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਪਰ ਜਿਹੜੇ ਲਾਹੌਰ ਤੋਂ ਚੱਲ ਕੇ ਆਏ ਨੇ, ਇਹ ਹੰਕਾਰ ਦੀ ਬੋਲੀ ਬੋਲਦੇ ਆ, ਇਹਨਾਂ ਦੇ ਬੋਲਾਂ ਵਿੱਚ ਵਿਕਾਰ ਨੇ। ਇਸ ਲਈ ਮਹਾਰਾਜ ਨੇ ਇਹ ਬਾਣੀ ਇਹਨਾਂ ਦੀ ਜਿਹੜੀ ਆ ਗੁਰਬਾਣੀ ਵਿੱਚ ਸਭਾਈਮਾਨ ਨਹੀਂ ਕੀਤੀ। ਜਿਹਦਾ ਚੰਦੂ ਜਿਹੜਾ ਹੈ ਉਹ ਵਿਰੋਧ ਕਰਦਾ ਹੈ, ਔਰ ਦੂਸਰਾ ਉਹਦੀ ਬੱਚੀ ਦਾ ਰਿਸ਼ਤਾ ਨਾ ਕਬੂਲਿਆ। ਉਹ ਵੀ ਚੰਦੂ ਦੇ ਮਨ ਦੇ ਵਿੱਚ ਜਿਹੜਾ ਹੰਕਾਰ ਸੀ ਕਿ ਮੈਂ ਬਹੁਤ ਉੱਚਾ ਤੇ ਬਹੁਤ ਵੱਡਾ ਹਾਂ, ਤੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੂੰ ਬਹੁਤ ਨੀਵਾਂ ਕਰਕੇ ਆਖਿਆ। ਇਹ ਕੁਝ ਕਾਰਨ ਸੀ ਕਿ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਸਿਫਤੀ ਦਾ ਘਰ ਬਣਾ ਕੇ ਤੇ ਹਰ ਪ੍ਰਾਣੀ ਵਾਸਤੇ ਇੱਕੋ ਹੀ ਦਰਵਾਜ਼ਾ ਤੇ ਇੱਕੋ ਹੀ ਰਸਤਾ ਰੱਖਿਆ ਕਿ ਕੋਈ ਕਿਸੇ ਵੀ ਧਰਮ ਦਾ ਹੋਵੇ, ਵਰਗ ਦਾ ਹੋਵੇ, ਹਰ ਇੱਕ ਇਨਸਾਨ ਵਾਸਤੇ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਆਉਣ ਲਈ ਇੱਕੋ ਹੀ ਰਸਤਾ ਹੈ, ਬਰਾਬਰ ਦਾ। ਇੱਥੇ ਕੋਈ ਉੱਚ ਨੀਚਤਾ ਨਹੀਂ, ਕੋਈ ਅਮੀਰੀ ਗਰੀਬੀ ਨਹੀਂ, ਕੋਈ ਵੱਡਾ ਛੋਟਾ ਨਹੀਂ। ਔਰ ਦੂਸਰੀ, ਜੋ ਸੱਚ ਗੁਰਬਾਣੀ ਵਿੱਚੋਂ ਬਿਆਨ ਕੀਤਾ ਜਾਂਦਾ ਹੈ, ਉਸ ਸੱਚ ਨੂੰ ਦਬਾਉਣ ਵਾਸਤੇ, ਉਸ ਸੱਚ ਨੂੰ ਮਿਟਾਉਣ ਵਾਸਤੇ ਇਸ ਚੰਦੂ ਦੇ ਰਾਹੀਂ ਫਿਰ ਜਹਾਂਗੀਰ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਗ੍ਰਿਫਤਾਰ ਕਰ ਲੈਣ ਦਾ ਹੁਕਮ ਜਾਰੀ ਕੀਤਾ। ਔਰ ਕਾਜੀ ਦੇ ਪਾਸੋਂ ਜੋ ਸਜ਼ਾ ਸੁਣਾਈ ਗਈ ਯਾਸਾ ਕਾਨੂੰਨ ਦੇ ਆਧਾਰ 'ਤੇ। ਇਹ ਕਾਨੂੰਨ ਐਸਾ ਹੈ, ਇਹਦੇ ਵਿੱਚ ਯਾਸਾ ਕਾਨੂੰਨ ਵਿੱਚ ਸਜ਼ਾ ਐਸੀ ਹੁੰਦੀ ਹੈ ਕਿ ਸਰੀਰ ਵਿੱਚੋਂ ਇੱਕ ਵੀ ਖੂਨ ਦੀ ਬੂੰਦ ਬਾਹਰ ਨਹੀਂ ਨਿਕਲਣੀ ਚਾਹੀਦੀ। ਸਰੀਰ ਦੇ ਅੰਦਰ ਹੀ ਅੰਦਰ ਖੂਨ ਸੜਦਾ ਤੇ ਰਵੇ, ਪਰ ਇੱਕ ਵੀ ਬੂੰਦ ਜਿਹੜੀ ਹੈ ਸਰੀਰ ਵਿੱਚੋਂ ਇਸ ਖੂਨ ਦੀ, ਬਲੱਡ ਦੀ ਬਾਹਰ ਨਹੀਂ ਆਉਣੀ ਚਾਹੀਦੀ। ਐਸੇ ਤਸੀਹੇ ਨੇ। ਹੁਣ ਇਹ ਹੁਕਮ ਜਾਰੀ ਹੋਇਆ, ਉਹ ਅਗਾਂਹ ਕਸ਼ਮੀਰ ਦੇ ਇਲਾਕੇ ਵਿੱਚ ਚਲਾ ਗਿਆ। ਚੰਦੂ ਨੂੰ ਮੌਕਾ ਮਿਲ ਗਿਆ, ਇਹ ਸਤਿਗੁਰੂ ਜੀ ਨੂੰ ਆਪਣੀ ਹਵੇਲੀ ਵਿੱਚ ਲੈ ਕੇ ਆਇਆ, ਨਜ਼ਰਬੰਦ ਕੀਤਾ, ਤਰ੍ਹਾਂ ਤਰ੍ਹਾਂ ਦੇ ਬੋਲ ਕਬੋਲ ਬੋਲ ਰਿਹਾ। ਗੁਰੂ ਅਰਜਨ ਦੇਵ ਮਹਾਰਾਜ ਜੀ ਇਹਦੀ ਹਵੇਲੀ ਦੇ ਵਿੱਚ ਬੈਠ ਕੇ ਵੀ, ਕਿਉਂਕਿ ਸਤਿਗੁਰੂ ਜੀ ਨੇ ਸਾਨੂੰ ਗੁਰਬਾਣੀ ਦੇ ਰਾਹੀਂ, ਭਗਤ ਸਾਹਿਬਾਨ ਦੇ ਰਾਹੀਂ ਸਭ ਤੋਂ ਪਹਿਲਾਂ ਗੁਣ ਇਹ ਦਿੱਤਾ ਹੈ ਕਿ ਫਰੀਦਾ ਬੁਰੇ ਦਾ ਭਲਾ ਕਰ। ਜਿੰਨਾ ਹੋ ਸਕੇ ਅਸੀਂ ਬੁਰੇ ਦਾ ਭਲਾ ਕਰੀਏ, ਬਾਕੀ ਉਹਦੇ ਕਰਮ ਨੇ ਕਿ ਉਹਨੇ ਬੁਰਾਈ ਨੂੰ ਛੱਡਣਾ ਹੈ ਕਿ ਨਹੀਂ ਛੱਡਣਾ। ਸਤਿਗੁਰੂ ਜੀ ਬੜੇ ਆਰਾਮ ਨਾਲ ਆ ਕੇ ਬੈਠੇ ਨੇ, ਇੱਕ ਬੋਲ ਬੋਲਦਾ ਹੈ। ਕਾਫੀ ਬੋਲ ਇਹਨੇ ਬੋਲੇ ਜੋ ਕੱਲ੍ਹ ਦੇ ਦੀਵਾਨਾਂ 'ਚ ਆਪ ਜੀ ਨੇ ਸਰਵਨ ਕੀਤਾ। ਅਗਲੇਰੇ ਪ੍ਰਸੰਗ ਵਿੱਚ ਕਵੀ ਜੀ ਜੋ ਜ਼ਿਕਰ ਕਰ ਰਹੇ ਨੇ, ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੋ ਜੀ। ਏਕ ਬਾਤ ਕੋ ਨਿਸ਼ਚੈ ਮਾਨ, ਕਹਿੰਦੇ ਇੱਕ ਗੱਲ ਜਿਹੜੀ ਆ ਚੰਦੂ ਬੋਲ ਰਿਹਾ, ਕ੍ਰੋਧ ਵਿੱਚ ਵੀ ਤੇ ਹੰਕਾਰ ਦੇ ਨਾਲ ਵੀ ਭਰਿਆ ਹੋਇਆ, ਤੇ ਇੱਕ ਗੱਲ ਤੁਸੀਂ ਜਿਹੜੀ ਆ ਚੰਗੀ ਤਰ੍ਹਾਂ ਆਪਣੇ ਦਿਲ ਦਿਮਾਗ ਦੇ ਵਿੱਚ ਬਿਠਾ ਲਵੋ ਜੀ। ਕਹਿ ਲਿਓ ਨਾਤਾ, ਕਹਿ ਲਿਓ ਪ੍ਰਾਣ। ਚੰਦੂ ਕਹਿੰਦਾ ਵੀ ਮੈਂ ਦੋ ਹੀ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ, ਜਾਂ ਤੇ ਮੌਤ ਨੂੰ ਕਬੂਲ ਕਰ ਲਓ, ਤੇ ਜਾਂ ਫਿਰ ਮੇਰੀ ਧੀ ਦਾ ਰਿਸ਼ਤਾ ਜਿਹੜਾ ਹੈ ਉਹ ਕਬੂਲ ਕਰ ਲਓ। ਸਤਿਗੁਰੂ ਜੀ ਨੂੰ ਕਹਿੰਦਾ ਇਹ ਆਪਣੇ ਹਿਰਦੇ 'ਚ ਗੱਲ ਪੱਕੀ ਕਰ ਲਓ, ਦੋਵਾਂ 'ਚੋਂ ਇੱਕ ਮੰਨ ਲਓ, ਜਾਂ ਮੌਤ ਤੇ ਜਾਂ ਫਿਰ ਮੇਰੀ ਧੀ ਦਾ ਰਿਸ਼ਤਾ। ਇਹ ਆਖਣਾ ਕਰਦਾ ਹੈ। ਸੁਣ ਸਤਿਗੁਰੂ ਤਬ ਬਾਕ ਹਲਾਵੈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਇਸ ਚੰਦੂ ਦੀ ਗੱਲ ਨੂੰ ਸੁਣ ਕੇ ਅੱਗੋਂ ਆਖਦੇ ਹਨ, ਅਬ ਦੇ ਸਮਦਨਾ ਪੀ ਨਾ ਖਾਵੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਜਿੰਨਾ ਮਰਜ਼ੀ ਕੋਸ਼ਿਸ਼ ਕਰ, ਯਤਨ ਕਰ, ਜੋ ਸਿੱਖ ਸੰਗਤਾਂ ਨੇ ਆਖ ਦਿੱਤਾ ਅਸੀਂ ਸਿੱਖ ਸੰਗਤਾਂ ਦੇ ਬਚਨਾਂ ਨੂੰ ਮੰਨਣਾ ਹੈ। ਕਿਉਂਕਿ ਦਿੱਲੀ ਦੀਆਂ ਸੰਗਤਾਂ ਨੇ ਬੇਨਤੀ ਕੀਤੀ ਸੀ, ਮਹਾਰਾਜ ਇਹ ਜਿਹੜਾ ਹੰਕਾਰ ਦੇ ਨਾਲ ਭਰਿਆ ਹੋਇਆ, ਇਹਦੀ ਧੀ ਦਾ ਰਿਸ਼ਤਾ ਤੁਸੀਂ ਹਰਗੋਬਿੰਦ ਸਾਹਿਬ ਜੀ ਵਾਸਤੇ ਨਹੀਂ ਲੈਣਾ। ਇਸ ਲਈ ਮਹਾਰਾਜ ਕਹਿੰਦੇ ਸੰਗਤ ਸਾਡੇ ਲਈ ਸਭ ਤੋਂ ਵੱਡੀ ਹੈ। ਔਰ ਦੂਸਰੀ ਗੱਲ, ਮੌਤ ਦੀ, ਮੌਤ ਦਾ ਡਰਾਵਾ ਨਹੀਂ, ਕਿਉਂਕਿ ਇਹ ਉਹ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿੱਥੇ ਉਸ ਅਵਸਥਾ ਦੇ ਵਿੱਚ ਜਿਉਣਾ ਸਿਖਾਇਆ ਜਾਂਦਾ ਹੈ, ਜਿੱਥੇ ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਇਹ ਉਹ ਘਰ ਹੈ ਜਿੱਥੇ ਸਭ ਤੋਂ ਪਹਿਲਾਂ ਸਬਕ ਹੀ ਇਹ ਸਿਖਾਇਆ ਜਾਂਦਾ ਹੈ। ਮੌਤ ਦਾ ਡਰ ਨਹੀਂ, ਮੌਤ ਦੇ ਭੈ ਨੂੰ, ਡਰ ਨੂੰ ਖਤਮ ਕੀਤਾ ਜਾਂਦਾ ਹੈ। ਜੀਵਨ ਜਿਉਣ ਦੀ ਜਾਚ ਸਿਖਾਈ ਜਾਂਦੀ ਹੈ। ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣ ਕਾ ਤਾਓ, ਆਓ ਹਮਾਰੇ ਪਾਸ। ਇੱਥੇ ਤਾਂ ਸਿਰ ਤਲੀ ਤੇ ਰੱਖ ਕੇ ਚੱਲਣਾ ਸਿਖਾਇਆ ਜਾਂਦਾ ਹੈ। ਜਾਓ ਤਾਂ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਸ ਲਈ ਸਤਿਗੁਰੂ ਜੀ ਜਵਾਬ ਦਿੰਦੇ ਹਨ, ਬੈਠੇ ਰਹਿ ਏਕ ਹੀ ਥਾਨ। ਸਤਿਗੁਰੂ ਮਹਾਰਾਜ ਸਾਹਿਬ ਕਹਿੰਦੇ ਤੂੰ ਜਿੰਨਾ ਯਤਨ ਕਰਨਾ ਹੈ ਕਰ, ਅਸੀਂ ਇੱਕ ਥਾਂ ਤੇ ਇੱਥੇ ਬੈਠੇ ਹਾਂ। ਕਰਿਓ ਜਥਾ ਕਰਵੇ ਮਨ ਜਾਨ। ਜੋ ਤੇਰੇ ਮਨ ਦੇ ਵਿੱਚ ਆਉਂਦਾ ਹੈ, ਕਿਉਂਕਿ ਤੇਰੇ ਵਾਸਾਂ ਤੇਰੀ ਹਵੇਲੀ 'ਚ, ਜੋ ਤੇਰੇ ਮਨ ਦੇ ਵਿੱਚ ਆਉਂਦਾ ਹੈ ਤੂੰ ਉਹ ਯਤਨ ਕਰਕੇ ਵੇਖ ਲੈ। ਅਪਰ ਕਠੋਰ ਸੋ ਦੁਸ਼ਟ ਬਖਾਨਾ। ਉਹਨੇ ਦੁਸ਼ਟ ਜਿਹੜਾ ਸੀ ਇਹਨੂੰ ਕਿਤੇ ਸਮਝ ਆਉਣੀ ਸੀ ਗੁਰੂ ਸਾਹਿਬ ਜੀ ਦੇ ਬੋਲ। ਕਹਿੰਦੇ ਦੁਸ਼ਟ ਨੇ ਫਿਰ ਕਠੋਰ ਵਾਲੇ ਬੋਲ ਬੋਲੇ ਹਨ। ਕਰੇ ਸਿਪਾਹੀ ਗਨ ਸਵਧਾਨਾ। ਆਪਣੀ ਜਿਹੜੇ ਹਵੇਲੀ ਵਿੱਚ ਸਿਪਾਹੀ ਨੇ ਉਹਨਾਂ ਨੂੰ ਸੁਚੇਤ ਕਰਦਾ ਹੈ, ਉਹਨਾਂ ਨੂੰ ਸਾਵਧਾਨ ਕਰਦਾ ਹੈ। ਹਰੇ ਰਹੋ ਰਾਖੋ ਤਕਰਾਈ। ਕਹਿਣ ਲੱਗੇ ਖੜੇ ਰਹੋ, ਖਲੋਤੇ ਰਹੋ, ਸਾਵਧਾਨ ਹੋ ਕੇ। ਤੇ ਪੂਰਾ ਧਿਆਨ ਤੁਸੀਂ ਗੁਰੂ ਅਰਜਨ ਦੇਵ ਜੀ ਔਰ ਇਹਨਾਂ ਦੇ ਨਾਲ ਆਏ ਹੋਏ 5 ਸਿੱਖ ਜਿਹੜੇ ਨੇ, ਇਹਨਾਂ ਦਾ ਪੂਰਾ ਧਿਆਨ ਤੁਸੀਂ ਰੱਖਣਾ ਹੈ। ਨਾਹੇ ਨਾ ਖਾਏ ਪੀਏ ਸੁਪਤਾਈ। ਨਾ ਇਹਨਾਂ ਨੂੰ ਕੁਝ ਖਾਣ ਵਾਸਤੇ ਦੇਣਾ, ਨਾ ਕੁਝ ਪੀਣ ਵਾਸਤੇ ਦੇਣਾ, ਤੇ ਨਾ ਹੀ ਇਹਨਾਂ ਨੂੰ ਸੌਣ ਦੇਣਾ ਹੈ। ਇਸ ਹਾਲਤ ਵਿੱਚ ਇਹਨਾਂ ਨੂੰ ਰੱਖਣਾ ਕਰੋ। ਪੰਜੋ ਸਿੱਖਣ ਪੌਰ ਮਜਾਰ। ਗੁਰੂ ਸਾਹਿਬ ਜੀ ਨੂੰ ਇੱਥੇ ਬਿਠਾਓ, ਇਹਨਾਂ ਤੇ ਨਿਗਰਾਨੀ ਰੱਖੋ।
ਔਰ ਜਿਹੜੇ 5 ਸਿੱਖ ਨੇ ਇਹ ਜਿਹੜਾ ਡਿਉੜੀ ਹੈ ਉਹਦੇ ਵਿੱਚ ਇਹ ਪੰਜਾਂ ਨੂੰ ਬੰਨ੍ਹ ਦੇਵੋ। ਕੈਦ ਕਰੋ ਰਸ ਦਿਨ ਕੋ ਡਾਰ। ਰੱਸੀਆਂ ਦੇ ਨਾਲ ਇਹਨਾਂ ਪੰਜਾਂ ਨੂੰ ਬੰਨ੍ਹ ਕੇ ਇੱਕ ਪਾਸੇ ਗੁਰੂ ਪਾਤਸ਼ਾਹ ਤੋਂ ਥੋੜਾ ਜਿਹਾ ਹਟ ਕੇ ਇਹਨਾਂ ਨੂੰ ਬੰਦੀ ਬਣਾ ਕੇ ਰੱਖਣਾ ਕਰੋ। ਇਸਕੇ ਪਾਸ ਨਾ ਆਵਨ ਦੀਜੋ। ਇਹਨਾਂ ਪੰਜਾਂ ਨੂੰ ਤੁਸੀਂ ਗੁਰੂ ਸਾਹਿਬ ਜੀ ਦੇ ਕੋਲ ਨਹੀਂ ਆਉਣ ਦੇਣਾ। ਸਿਪਾਹੀਆਂ ਨੂੰ ਕਹਿ ਰਿਹਾ ਵੀ ਇੰਨਾ ਸਖਤ ਪਹਿਰਾ ਇਹਨਾਂ ਤੇ ਲਾ ਦਿਓ ਵੀ ਇਹਨਾਂ ਪੰਜਾਂ ਵਿੱਚੋਂ ਕੋਈ ਵੀ ਗੁਰੂ ਸਾਹਿਬ ਜੀ ਕੋਲ ਨਾ ਆ ਸਕੇ। ਬਾਤ ਬਖਾਨਾ ਕੋਈ ਨਾ ਬੀਜੋ। ਇਸ ਲਈ ਕਹਿੰਦੇ ਨੇ ਤੁਸੀਂ ਇਹਨਾਂ ਦੀ ਕੋਈ ਗੱਲ ਨਹੀਂ ਸੁਣਨੀ ਔਰ ਨਾ ਹੀ ਇਹ ਆਪਸ ਵਿੱਚ ਗੱਲਾਂ ਕਰ ਸਕਣ। ਤੁਸੀਂ ਪੂਰਾ ਧਿਆਨ ਰੱਖਣਾ ਹੈ। ਰੱਖੋ ਇਕਾਕੀ यहाँ ਬਿਠਾਏ। ਇਹਨਾਂ ਨੂੰ ਇਕਾਂਤ ਵਿੱਚ ਇਕੱਲੇ ਇੱਥੇ ਬਿਠਾ ਕੇ ਜਿਹੜਾ ਉਹ ਰੱਖੋ। ਜਦੋਂ ਭੁੱਖਣ ਪਾਣੀ ਰਹਿਣਗੇ, ਜਦੋਂ ਇਹਨਾਂ ਨੂੰ ਸੌਣ ਨਹੀਂ ਦਿੱਤਾ ਜਾਏਗਾ, ਆਪੇ ਸਾਡੀ ਈਨ ਮੰਨਣਗੇ, ਆਪੇ ਜਿਹੜਾ ਉਹ ਸਾਡੇ ਜਿਹੜੇ ਅੱਗੇ ਝੁਕ ਜਾਣਗੇ। ਚੰਦੂ ਨੂੰ ਬਹੁਤ ਵੱਡਾ ਭੁਲੇਖਾ, ਕਿਉਂਕਿ ਇਹਦੀ ਅਕਲ ਤੇ ਪਰਦਾ ਪੈ ਚੁੱਕਾ ਹੈ। ਮਤ ਇਹਦੀ ਮਰ ਚੁੱਕੀ ਹੈ, ਬੁੱਧੀ ਇਹਦੀ ਭ੍ਰਿਸ਼ਟ ਹੋ ਚੁੱਕੀ ਹੈ। ਜਿਹਦੀ ਬੁੱਧੀ ਭ੍ਰਿਸ਼ਟ ਹੋ ਜਾਏ, ਮਤ ਮਾਰੀ ਜਾਏ, ਅਕਲ ਤੇ ਪਰਦਾ ਪੈ ਜਾਏ, ਉਹਨੂੰ ਤਾਂ ਰੱਬ ਵੀ ਸਾਹਮਣੇ ਆ ਜਾਏ ਨਾ ਤੇ ਉਹ ਰੱਬ ਨੂੰ ਵੀ ਕੁਝ ਨਹੀਂ ਸਮਝਦਾ। ਇਸ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਇਹਨੂੰ ਸਮਝ ਨਹੀਂ ਆ ਰਹੀ। ਕਿ ਲੱਗਾ ਵੀ ਇਹਨਾਂ ਨੂੰ ਨਾ ਕੁਝ ਖਾਣ ਨੂੰ ਦੇਣਾ, ਨਾ ਇਹਨਾਂ ਨੂੰ ਪੀਣ ਨਾ ਸੌਣ ਨੂੰ ਦੇਣਾ, ਆਪੇ ਹੀ ਫਿਰ ਹਾਰ ਕੇ ਮੇਰੇ ਅੱਗੇ ਝੁਕ ਜਾਣਗੇ। ਖਰੋ ਰਹੇ ਇੱਕ ਨਰ ਇਸ ਥਾਏ। ਇੱਕ ਜਣਾ ਕਹਿੰਦੇ ਗੁਰੂ ਸਾਹਿਬ ਤੇ ਨਜ਼ਰ ਰੱਖੋ, ਬਾਕੀ ਪੰਜਾਂ ਸਿੱਖਾਂ ਤੇ ਨਜ਼ਰ ਰੱਖੋ ਔਰ ਕੋਈ ਅੰਦਰੋਂ ਬਾਹਰ ਨਾ ਜਾਏ ਤੇ ਬਾਹਰੋਂ ਕੋਈ ਵੀ ਅੰਦਰ ਜਿਹੜਾ ਨਾ ਆ ਸਕੇ। ਉਠਨੇ ਦੇਹੋ ਨਾ ਬੋਡਨ ਦੇਹੋ। ਨਾ ਇਹਨਾਂ ਨੂੰ ਤੁਸੀਂ ਉੱਠਣ ਦੇਣਾ ਤੇ ਨਾ ਇਹਨਾਂ ਨੂੰ ਤੁਸੀਂ ਲੇਟਣ ਦੇਣਾ। ਇਹ ਵੀ ਧਿਆਨ ਰੱਖਿਓ। ਸਮੇਂ ਦੇ ਨਾਲ ਪਰਖ ਕੀਤੀ ਗਈ ਹੈ, ਪਰ ਅਸੀਂ ਫੇਲ ਹੋ ਜਾਾਂਗੇ, ਪਰ ਸਤਿਗੁਰੂ ਨੂੰ ਕਸਵੱਟੀ ਤੇ ਫੇਲ ਨਹੀਂ ਕੀਤਾ ਜਾ ਸਕਦਾ। ਅੱਜ ਚੰਦੂ ਕਹਿ ਰਿਹਾ ਵੀ ਨਾ ਇਹਨਾਂ ਨੂੰ ਲੇਟਣ ਦੇਣਾ, ਨਾ ਉੱਠਣ ਦੇਣਾ, ਬਸ ਜਿਵੇਂ ਬੈਠੇ ਆ ਬਸ ਇਦਾਂ ਹੀ ਬੈਠੇ ਰਹਿਣ ਦਿਨ ਰਾਤ ਦਾ ਸਮਾਂ। ਇਹ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਤੇ ਵੀ ਆਉਂਦਾ ਹੈ, ਜਿਹੜੇ ਪਿੰਜਰੇ ਵਿੱਚ ਇੱਕ ਦਿਨ ਬੇਨਤੀ ਕੀਤੀ ਸੀ, ਸਾਡਾ ਦੁਖਾਂਤ ਹੈ, ਨਾ ਅਸੀਂ ਉਹ ਪਿੰਜਰਾ ਦੇਖ ਸਕੀਆਂ, ਨਾ ਬੱਚਿਆਂ ਨੂੰ ਅੱਗੇ ਦਿਖਾ ਸਕਦੇ ਹਾਂ। ਜਿਸ ਪਿੰਜਰੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੱਖਿਆ ਸੀ, ਉਹ ਪਿੰਜਰਾ ਇੰਨਾ ਛੋਟਾ ਹੈ ਕਿ ਸਿਰਫ ਖਲੋਤਾ ਹੀ ਜਾ ਸਕਦਾ ਹੈ। ਉੱਥੇ ਪਾਸਾ ਵੀ ਨਹੀਂ ਲਿਆ ਜਾ ਸਕਦਾ, ਵੀ ਬੰਦਾ ਪਾਸਾ ਵੱਢ ਲੇ ਉਹ ਵੀ ਨਹੀਂ ਲਿਆ ਜਾ ਸਕਦਾ, ਨਾ ਬੈਠਿਆ ਜਾ ਸਕਦਾ ਹੈ, ਨਾ ਹਿੱਲਿਆ ਜੁਲਿਆ ਜਾ ਸਕਦਾ। ਇੰਨਾ ਛੋਟਾ ਪਿੰਜਰਾ ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਰੱਖਿਆ। ਔਰ ਪਰਖ ਉਹੀ ਰਿਪੀਟ ਕਰਕੇ ਦੇਖੀ ਗਈ ਵੀ ਕਿਤੇ ਡੋਲ ਤਾਂ ਨਹੀਂ ਜਾਂਦੇ। ਪਾਣੀ ਉਬਾਲਿਆ ਉਦੋਂ ਵੀ ਗਿਆ, ਉਬਲਦੇ ਪਾਣੀ ਵਿੱਚ ਗੁਰੂ ਕੇ ਸਿੱਖਾਂ ਨੂੰ ਬਿਠਾਇਆ ਜਾ ਰਿਹਾ, ਕਿਉਂਕਿ ਇਹ ਪਰਖ ਪਹਿਲਾਂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਵੇਲੇ ਹੋ ਚੁੱਕੀ ਹੈ। ਪਰ ਭੁੱਖਣ ਪਾਣੀ ਜੇ ਗੱਲ ਕਰੀਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਹਿਬਜ਼ਾਦੇ ਤੇ ਮਾਤਾ ਜੀ ਕਿੰਨੇ ਦਿਨ ਭੁੱਖਣ ਪਾਣੀ ਰਹੇ ਆ। ਇੱਕ ਘੁੱਟ ਪਾਣੀ ਦਾ ਵੀ ਉਹਨਾਂ ਨੇ ਨਹੀਂ ਪੀਤਾ। ਸਿਰਫ ਮੋਤੀ ਰਾਮ ਮਹਿਰਾ ਨੇ ਜੋ ਥੋੜਾ ਜਿਹਾ ਦੁੱਧ ਛਕਾਇਆ, ਬਸ ਉਹ ਛਕਦੇ ਆ, ਫਿਰ ਵੀ ਚੜ੍ਹਦੀ ਕਲਾਂ ਦੇ ਵਿੱਚ ਰਹਿੰਦੇ ਆ। ਫਿਰ ਵੀ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਗੱਜ ਕੇ ਫਤਿਹ ਬੁਲਾਉਂਦੇ ਆ। ਫਿਰ ਵੀ ਦੀਵਾਰ ਵਿੱਚ ਚਿਣੇ ਜਾਂਦੇ ਨੇ ਤੇ ਚੜ੍ਹਦੀ ਕਲਾਂ 'ਚ ਰਹਿੰਦੇ ਆ। ਹਾਲਾਂਕਿ ਕਿੰਨੇ ਦਿਨ ਹੋ ਗਏ ਨਾ ਖਾਧਾ, ਨਾ ਕੁਝ ਪੀਤਾ, ਨਾ ਆਰਾਮ ਕੀਤਾ। ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਜੇ ਕਿਤੇ ਕਿਸੇ ਥਾਂ ਗਏ ਹਾਂ ਤੇ ਬਹੁਤਾ ਜ਼ਿਆਦਾ ਖਾ ਲਿਆ, ਫਿਰ ਵੀ ਅਸੀਂ ਕਹਿੰਦੇ ਹਾਂ ਕਿ ਸਾਡੇ ਕੋਲੋਂ ਉੱਠਿਆ ਨਹੀਂ ਗਿਆ। ਜੇ ਅਸੀਂ ਕਿਤੇ ਬਹੁਤ ਲੇਟ ਹੋ ਗਏ, ਥਕੇਵਾਂ ਹੋ ਗਿਆ, ਤਾਂ ਵੀ ਅਸੀਂ ਕਹਿੰਦੇ ਹਾਂ ਸਾਡੇ ਕੋਲੋਂ ਉੱਠਿਆ ਨਹੀਂ ਗਿਆ, ਨਿਤਨੇਮ ਨਹੀਂ ਹੋਇਆ, ਸਿਮਰਨ ਨਹੀਂ ਹੋਇਆ, ਅੱਜ ਗੁਰਦੁਆਰਾ ਸਾਹਿਬ ਨਹੀਂ ਆ ਹੋਇਆ। ਇਹ ਬਹਾਨੇ ਨੇ। ਸਾਹਿਬਜ਼ਾਦੇ ਕਿੰਨੇ ਦਿਨ ਦੇ ਉਨੀਂਦਰੇ ਨੇ। ਸਾਹਿਬਜ਼ਾਦਿਆਂ ਨੂੰ ਕੀ ਥਕੇਵਾਂ ਨਹੀਂ ਸੀ ਹੋਇਆ ਜਦੋਂ ਸਰਸਾ ਦਰਿਆ ਤੋਂ ਚੱਲਦੇ ਆ, ਫਿਰ ਉਸ ਗੰਗੂ ਦੇ ਘਰ ਤੋਂ ਚੱਲਦੇ ਆ, ਫਿਰ ਮਰਿੰਡੇ ਦੀ ਕੋਤਵਾਲੀ ਤੋਂ ਚੱਲਦੇ ਆ। ਰੋਜ਼ ਤਸੀਹੇ ਦਿੱਤੇ ਜਾਂਦੇ ਆ, ਖਾਣ ਨੂੰ ਕੁਝ ਨਹੀਂ ਆ, ਸਿਰਫ ਤਸੀਹੇ ਰੋਜ਼ ਦਿੱਤੇ ਜਾਂਦੇ ਆ। ਉਹ ਤੇ ਆਪਣਾ ਨਿਤਨੇਮ ਨਿਭਾ ਰਹੇ ਆ। ਅਸੀਂ ਰੱਜ ਕੇ ਖਾ ਲਈਏ ਤਾਂ ਸਾਨੂੰ ਪ੍ਰੋਬਲਮ ਹੁੰਦੀ ਹੈ, ਜੇ ਅਸੀਂ ਕਿਤੇ ਥੱਕ ਗਏ ਤਾਂ ਸਾਨੂੰ ਪ੍ਰੋਬਲਮ ਹੋ ਜਾਂਦੀ ਹੈ, ਕਿਉਂਕਿ ਅਸੀਂ ਹਜੇ ਆਪਣੇ ਨਿਤਨੇਮ ਵਿੱਚ ਪੂਰੇ ਨਹੀਂ। ਤਾਂ ਹੀ ਤੇ ਡੋਲਦੇ ਹਾਂ, ਤਾਂ ਹੀ ਘਬਰਾਉਂਦੇ ਹਾਂ, ਤਾਂ ਹੀ ਸਾਨੂੰ ਚਿੰਤਾਵਾਂ ਆ ਕੇ ਘੇਰਦੀਆਂ ਨੇ। ਕਾਰਨ ਇਹ ਹੈ ਸਤਿਗੁਰੂ ਮਿਹਰ ਕਰਨ। ਇਹਨੇ ਆਖਿਆ ਵੀ ਗੁਰੂ ਅਰਜਨ ਦੇਵ ਜੀ ਨੂੰ ਨਾ ਲੇਟਣ ਦੇਣਾ, ਨਾ ਉੱਠਣ ਦੇਣਾ। ਜਿਸ ਥਾਂ ਬੈਠੇ ਆ ਬਸ ਇੱਥੇ ਹੀ ਇਹਨਾਂ ਨੂੰ ਬੈਠੇ ਰਹਿਣ ਦਿਓ ਔਰ ਇਹਨਾਂ ਤੇ ਪੂਰੀ ਨਜ਼ਰ ਰੱਖਣਾ ਕਰੋ। ਬੋਲਣ ਦੇਹੋ ਨਾ ਦੇਖਣੇ ਹੋ। ਇਸ ਲਈ ਇਹਨਾਂ ਨੂੰ ਇੱਕ ਦੂਜੇ ਨੂੰ ਬੋਲਣ ਵੀ ਨਹੀਂ ਦੇਣਾ, ਇੱਕ ਦੂਜੇ ਵੱਲ ਦੇਖਣ ਵੀ ਨਹੀਂ ਦੇਣਾ। ਐਸੀ ਹਾਲਤ ਕਰ ਦੇਵੋ। ਇਮਕੈ ਸਦਨ ਬਰਿਓ ਨਿਜ ਜਾਏ। ਇਸ ਤਰ੍ਹਾਂ ਚੰਦੂ ਕਹਿੰਦੇ ਆਪਣੇ ਸਿਪਾਹੀਆਂ ਨੂੰ ਪੂਰੀ ਤਾੜਨਾ ਦੇ ਕੇ, ਪੂਰਾ ਸੁਚੇਤ ਕਰਕੇ ਉਹਨਾਂ ਨੂੰ ਆਖਿਆ ਵੀ ਕਿਸੇ ਪ੍ਰਕਾਰ ਦੀ ਕੋਈ ਗਲਤੀ ਨਹੀਂ ਹੋਣੀ ਚਾਹੀਦੀ। ਇਹ ਆਪਣੇ ਘਰ ਨੂੰ ਚਲਾ ਗਿਆ। ਮਹਾ ਦੁਸ਼ਟ ਵੱਡ ਖੋਟ ਉਪਾਏ। ਕਹਿੰਦੇ ਨੇ ਏਡਾ ਵੱਡਾ ਇਹ ਦੁਸ਼ਟ ਹੈ, ਪਾਪ ਕਮਾਉਣ ਵਾਸਤੇ ਅੱਜ ਇਹਨੇ ਆਪਣੀ ਹਵੇਲੀ ਵਿੱਚ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਨਜ਼ਰਬੰਦ ਕਰ ਲਿਆ। 100 ਦਿਨ ਬੀਤ ਗਇਓ ਨਿਸ ਬੀਤੇ। ਇਸ ਤਰ੍ਹਾਂ ਕਹਿੰਦੇ ਜਿਹੜਾ ਇਹ ਦਿਨ ਸੀ ਬਤੀਤ ਹੋ ਗਿਆ। ਖਾਨ ਪਾਨ ਬਿਨ ਸਤਿਗੁਰ ਪੀਤੇ। ਸਤਿਗੁਰੂ ਮਹਾਰਾਜ ਨੇ ਇੱਕ ਦਾਣਾ ਵੀ ਭੋਜਨ ਦਾ ਨਹੀਂ ਛਕਿਆ ਔਰ ਇੱਕ ਘੁੱਟ ਪਾਣੀ ਦਾ ਵੀ ਜਿਹੜਾ ਉਹ ਨਹੀਂ ਪੀਤਾ। ਸਾਰਾ ਦਿਨ ਇਸੇ ਤਰ੍ਹਾਂ ਲੰਘਿਆ ਹੈ। ਸਿੱਖਣ ਮਹਿਰੋਰਾ ਪਰ ਗਈਓ। ਹੁਣ ਜਦੋਂ ਸਾਰਾ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਿੱਖ ਸੰਗਤਾਂ ਨੂੰ ਨਜ਼ਰ ਨਹੀਂ ਆਏ, ਪਤਾ ਸੀ ਵੀ ਅੱਜ ਜਹਾਂਗੀਰ ਦੇ ਦਰਬਾਰ ਵਿੱਚ ਜਾਣਾ, ਪਰ ਉਸ ਤੋਂ ਬਾਅਦ ਸਤਿਗੁਰੂ ਜੀ ਕਿੱਥੇ ਚਲੇ ਗਏ ਕਿਸੇ ਨੂੰ ਵੀ ਨਹੀਂ ਖਬਰ, ਕਿਸੇ ਨੂੰ ਵੀ ਨਹੀਂ ਪਤਾ। ਹੁਣ ਜਦੋਂ ਸ਼ਾਮਾਂ ਪੈਣ ਲੱਗੀਆਂ, ਸਾਰਾ ਦਿਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦੀਦਾਰ ਨਹੀਂ ਹੋਏ ਤੇ ਰੌਲਾ ਪੈ ਗਿਆ ਸਿੱਖ ਸੰਗਤਾਂ ਵਿੱਚ ਕਿ ਗੁਰੂ ਸਾਹਿਬ ਜੀ ਕਿੱਥੇ ਚਲੇ ਗਏ। ਗੁਰ ਕਿਤੇ ਗਏ ਨਾ ਸੁਧ ਕੋ ਪਈਓ। ਕਹਿੰਦੇ ਨੇ ਵੀ ਕਿਤੇ ਵੀ ਗਏ ਹੋਣਗੇ, ਸਾਨੂੰ ਖਬਰ ਤਾਂ ਹੋਣੀ ਚਾਹੀਦੀ ਹੈ, ਪਰ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਕਿ ਗੁਰੂ ਸਾਹਿਬ ਜੀ ਕਿੱਥੇ ਹਨ। ਇਤੋਤ ਨਗਰ ਵਿਖਿਆ ਫਿਰ ਹੋ ਰਿਹਾ। ਹੁਣ ਲਾਹੌਰ ਦੇ ਵਿੱਚ ਇੱਧਰ ਉੱਧਰ ਕਹਿੰਦੇ ਸਿੱਖ ਸੰਗਤਾਂ ਵਿਚਰ ਰਹੀਆਂ, ਘੁੰਮ ਰਹੀਆਂ, ਸਤਿਗੁਰੂ ਜੀ ਨੂੰ ਲੱਭ ਰਹੀਆਂ ਹਨ। ਵਿਖਿਆ ਧਰਮਸ਼ਾਲਾ ਆਦਿਕ ਨੇਰਾ। ਆਸ-ਪਾਸ ਸਾਰੇ ਇਲਾਕੇ ਵੇਖ ਲਏ, ਧਰਮਸਾਲ ਵੀ ਵੇਖੀ, ਪਰ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਦੀਦਾਰ ਨਾ ਹੋਏ। ਸਿੱਖਣ ਕੇ ਕਰ ਸਿੱਖ ਫਿਰੰਤੇ। ਇੱਥੋਂ ਤੱਕ ਕਿ ਵੀ ਕਿਸੇ ਗੁਰੂ ਸਿੱਖ ਦੇ ਘਰ ਨਾ ਚਲੇ ਗਏ ਹੁਣ, ਉੱਥੇ ਨਾ ਠਹਿਰੇ ਹੁਣ। ਹਰ ਇੱਕ ਗੁਰੂ ਕੇ ਸਿੱਖਾਂ ਦੇ ਘਰਾਂ ਵਿੱਚ ਵੀ ਜਾ ਕੇ ਵੇਖਿਆ, ਪਰ ਗੁਰੂ ਅਰਜਨ ਦੇਵ ਮਹਾਰਾਜ ਦਾ ਪਤਾ ਨਾ ਲੱਗਾ। ਕਿਤ ਸਤਿਗੁਰ ਉਤਰੇ ਗੁਣਵੰਤੇ। ਇੱਧਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨਿਰੰਕਾਰ ਦੀ ਯਾਦ ਵਿੱਚ ਬੈਠੇ ਆ। ਅੰਦਰ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਚੱਲ ਰਿਹਾ ਹੈ। ਬਾਹਰੋਂ ਭਾਵੇਂ ਭੋਜਨ ਖਾਣ ਨੂੰ ਨਹੀਂ ਮਿਲਿਆ, ਪਰ ਅੰਦਰ ਰੱਬੀ ਬਾਣੀ ਦੇ ਭੋਜਨ ਦੇ ਪ੍ਰਵਾਹ ਚੱਲਦੇ ਨੇ। ਰੱਜ ਰੱਜ ਭੋਜਨ ਖਾਵੋ ਮੇਰੇ ਭਾਈ, ਰੱਬੀ ਬਾਣੀ ਦਾ ਭੋਜਨ, ਉਹ ਖੁਰਾਕ ਅੰਦਰ ਸਤਿਗੁਰੂ ਜੀ ਲੈ ਰਹੇ ਆ। ਬਾਹਰ ਰੋਲਾ ਪਿਆ ਕਿ ਸਤਿਗੁਰੂ ਜੀ ਕਿੱਥੇ ਗਏ ਹਨ। ਗਏ ਸ਼ਾਹੋ ਡਿਗ ਬਹੁਰ ਨਾ ਆਏ। ਵੀ ਜਦੋਂ ਦੇ ਸਤਿਗੁਰੂ ਜੀ ਜਹਾਂਗੀਰ ਦੇ ਦਰਬਾਰ ਵਿੱਚ ਗਏ, ਉੱਥੋਂ ਪਰਤ ਕੇ ਵਾਪਸ ਨਹੀਂ ਆਏ ਹਨ। ਕਿਤੋਂ ਸੁਦਾਸਰ ਕੇ ਗਮਨਾਏ। ਤੇ ਜਾਂ ਫਿਰ ਸਤਿਗੁਰੂ ਜੀ ਸੁਦਾਸਰ ਅੰਮ੍ਰਿਤਸਰ, ਜੇ ਕਿਤੇ ਲਾਹੌਰ ਤੋਂ ਅੰਮ੍ਰਿਤਸਰ ਸਾਹਿਬ ਨਾ ਚਲੇ ਗਏ ਹੋਵਣ। ਫਿਰਤ ਸਰਕਾਰੀ ਲੋਕ। ਇਸ ਤਰ੍ਹਾਂ ਕਹਿੰਦੇ ਆਸ-ਪਾਸ ਗੁਰੂ ਕੀਆਂ ਸੰਗਤਾਂ ਘੁੰਮ ਰਹੀਆਂ, ਪੁੱਛ ਰਹੀਆਂ ਨੇ ਇੱਕ ਦੂਜੇ ਨੂੰ ਵੀ ਕਿਸੇ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਵੇਖਿਆ ਜਾਂ ਉਹਨਾਂ ਦੇ ਪੰਜਾਂ ਸਿੱਖਾਂ ਵਿੱਚੋਂ ਕਿਸੇ ਨੂੰ ਵੇਖਿਆ ਹੋਵੇ। ਹਰ ਕੋਈ ਕਹਿੰਦਾ ਵੀ ਨਹੀਂ, ਸਾਨੂੰ ਇਹ ਪਤਾ ਹੈ ਕਿ ਅੱਜ ਸਵੇਰੇ ਸਤਿਗੁਰੂ ਜੀ ਬਾਦਸ਼ਾਹ ਦੇ ਦਰਬਾਰ ਵਿੱਚ ਗਏ ਸੀ, ਪਰ ਉੱਥੋਂ ਬਾਅਦ ਕਿੱਥੇ ਗਏ ਕਿਸੇ ਨੂੰ ਕੋਈ ਖਬਰ ਨਹੀਂ। ਕਹਿੰਦੇ ਆਸ-ਪਾਸ ਪੁੱਛ ਰਹੇ ਸੀ, ਕੁਝ ਸਰਕਾਰੀ ਬੰਦੇ ਮਿਲ ਗਏ। ਜਦੋਂ ਸਰਕਾਰੀ ਬੰਦੇ ਮਿਲੇ, ਇਹਨਾਂ ਨੇ ਸੰਗਤਾਂ ਨੇ ਉਹਨਾਂ ਨੂੰ ਪੁੱਛਣਾ ਕੀਤਾ। ਬੂਝਨ ਕੀਨੇ ਸੋ ਅਵਲੋਕ। ਜਦੋਂ ਸਰਕਾਰੀ ਬੰਦੇ ਵੇਖੇ ਵੀ ਇਹ ਤਾਂ ਸਰਕਾਰ ਤੇ ਨਹੀਂ, ਇਹਨਾਂ ਨੂੰ ਜ਼ਰੂਰ ਪਤਾ ਹੋਵੇਗਾ
ਬੁੱਝਣ ਕੀਨ ਭਾਵ ਉਹਨਾਂ ਨੂੰ ਪੁੱਛਣਾ ਕੀਤਾ। ਤਿਨ ਤੇ ਸੁਦਗਨ ਸਿੱਖਣ ਪਾਏ। ਕਹਿਣ ਲੱਗੇ ਵੀ ਸਾਨੂੰ ਦੱਸੋ ਜੇ ਤੁਹਾਨੂੰ ਕਿਤੇ ਪਤਾ ਹੋਵੇ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਕਿੱਥੇ ਹਨ। ਚੰਦੂ ਕੇ ਨਾਰੇ ਸੰਗ ਸਿਧਾਏ। ਇਹਨਾਂ ਨੇ ਆਖਿਆ ਵੀ ਅਸੀਂ ਜਿਹੜਾ ਗੁਰੂ ਸਾਹਿਬ ਤੇ ਉਹਨਾਂ ਦੇ ਨਾਲ ਕੁਝ ਸਿੱਖ ਸੀ, ਚੰਦੂ ਦੇ ਜਿਹੜੇ ਬੰਦੇ ਸੀ ਉਹਨਾਂ ਦੇ ਨਾਲ ਸਤਿਗੁਰੂ ਜੀ ਨੂੰ ਜਾਂਦਿਆਂ ਵੇਖਿਆ ਹੈ। ਇਸਕੇ ਸਦਨ ਪ੍ਰਵੇਸ਼ਿਤ ਹੇਰੇ। ਹੁਣ ਕਈ ਕਹਿੰਦੇ ਅਸੀਂ ਦੇਖਿਆ ਸੀ ਜਾਂਦਿਆਂ ਨਾਲ ਚੰਦੂ ਦੇ ਬੰਦੇ ਸੀ, ਤੇ ਕਈ ਕਹਿੰਦੇ ਜੀ ਅਸੀਂ ਇਹ ਦੇਖਿਆ ਕਿ ਉਹਨਾਂ ਨੂੰ ਹਵੇਲੀ ਦੇ ਅੰਦਰ ਲਿਜਾਇਆ ਗਿਆ, ਜਿਹੜੀ ਚੰਦੂ ਦੀ ਹਵੇਲੀ ਆ ਉਹਦੇ ਅੰਦਰ ਲੈ ਕੇ ਗਏ ਹਨ। ਤਿਮਰ ਭਏ ਪਹੁੰਚੇ ਤਿਸ ਬੇਰੇ। ਜਦੋਂ ਸਿੱਖ ਸੰਗਤਾਂ ਨੂੰ ਪਤਾ ਲੱਗਾ ਸ਼ਾਮ ਦਾ ਟਾਈਮ ਸੀ, ਕਹਿੰਦੇ ਸਾਰੀਆਂ ਸੰਗਤਾਂ ਉਤਾਵਲੀਆਂ ਹੋ ਕੇ ਪਹੁੰਚੀਆਂ ਹਵੇਲੀ ਦੇ ਬਾਹਰ, ਤੇ ਉਸ ਵੇਲੇ ਤਿਮਰ ਭਾਵ ਥੋੜਾ ਹਨੇਰਾ ਜਿਹੜਾ ਸੀ ਉਹ ਹੋ ਚੱਲਿਆ। ਸੰਗਤਾਂ ਫਿਰ ਇਸ ਹਵੇਲੀ ਦੇ ਬਾਹਰ ਪਹੁੰਚੀਆਂ ਹਨ। ਪ੍ਰੇਮੀ ਸਿੱਖ ਤਹਾਂ ਕੋ ਗਏ। ਜਿਹੜੇ ਪਿਆਰ ਵਾਲੇ ਸੀ, ਜਿਨ੍ਹਾਂ ਦੇ ਮਨ ਵਿੱਚ ਬੈਰਾਗ ਸੀ ਕਿ ਜੇ ਇੱਕ ਘੜੀ ਵੀ ਗੁਰੂ ਪਾਤਸ਼ਾਹ ਦਾ ਦੀਦਾਰ ਨਾ ਹੋਵੇ ਤੇ ਮਨ ਅੰਦਰ ਤੜਪ ਪੈਦਾ ਹੋ ਜਾਂਦੀ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ ਵਿਲਪ ਕਰੇ ਚਾਤਰੀ ਕੀ ਨਹੀਂ ਆਈ। ਜਿਨ੍ਹਾਂ ਦੇ ਮਨ ਵਿੱਚ ਗੁਰੂ ਦੇ ਦਰਸ਼ਨਾਂ ਦੀ ਪਿਆਸ ਹੁੰਦੀ ਹੈ, ਕਹਿੰਦੇ ਨੇ ਉਹ ਫਿਰ ਪਿਆਰ ਵਾਲੀਆਂ ਸੰਗਤਾਂ ਇਹ ਚੰਦੂ ਦੇ ਹਵੇਲੀ ਦੇ ਬਾਹਰ ਪਹੁੰਚੀਆਂ, ਜਿੱਥੇ ਅੰਦਰ ਗੁਰੂ ਸਾਹਿਬ ਜੀ ਤੇ ਗੁਰੂ ਕੇ ਸਿੱਖ ਮੌਜੂਦ ਹਨ। ਦੀਏ ਕੀ ਵਾਰ ਬਲੋਕਤ ਭਏ। ਹੁਣ ਦਰਵਾਜ਼ਾ ਉਹਦਾ ਬੰਦ ਕੀਤਾ ਹੋਇਆ ਹੈ, ਬਾਹਰ ਵੀ ਸਿਪਾਹੀ ਖੜੇ ਆ, ਅੰਦਰ ਵੀ ਸਿਪਾਹੀ ਪਹਿਰਾ ਦੇ ਰਹੇ ਆ। ਜਦੋਂ ਇਹ ਦਰਵਾਜ਼ੇ ਦੇ ਕੋਲ ਪਹੁੰਚੇ ਹਨ, ਅੰਤਰ ਸਿੱਖ ਪਠਕ ਇੱਕ ਬਾਣੀ। ਅੰਦਰ ਜਿਹੜੇ ਗੁਰੂ ਕੇ ਸਿੱਖ ਸੀ ਨਾ, ਇਹ ਉੱਚੀ ਬਾਣੀ ਪੜ੍ਹ ਰਹੇ ਸੀ, ਉੱਚੀ ਬਾਣੀ ਦਾ ਸ਼ਬਦ ਦਾ ਅਭਿਆਸ ਕਰ ਰਹੇ ਸੀ, ਜਿਹਦੀ ਆਵਾਜ਼ ਹਵੇਲੀ ਦੇ ਬਾਹਰ ਤੱਕ ਆਉਂਦੀ ਸੀ। ਕਹਿੰਦੇ ਜਦੋਂ ਗੁਰੂ ਕੇ ਸਿੱਖ ਉੱਚੀ ਬਾਣੀ ਪੜ੍ਹ ਰਹੇ ਸਨ, ਗੁਰ ਇਹ ਨਾ ਹੈ ਤਬ ਸੁਧ ਜਾਨੀ। ਤੇ ਬਾਹਰ ਜਿਹੜੀ ਸੰਗਤ ਹਵੇਲੀ ਦੇ ਬਾਹਰ, ਕਿਉਂਕਿ ਦਰਵਾਜ਼ਾ ਸਿਪਾਹੀ ਖੋਲ ਨਹੀਂ ਰਹੇ, ਸੰਗਤ ਕਹਿ ਰਹੀ ਅਸੀਂ ਅੰਦਰ ਜਾਣਾ ਹੈ, ਗੁਰੂ ਦਾ ਦਰਸ਼ਨ ਕਰਨਾ ਹੈ, ਤੇ ਸਿਪਾਹੀ ਰੋਕ ਰਹੇ ਆ ਵੀ ਤੁਹਾਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ, ਅੰਦਰ ਕੋਈ ਵੀ ਨਹੀਂ ਹੈ, ਤੁਸੀਂ ਜਾਓ ਆਪੋ ਆਪਣੇ ਘਰਾਂ ਨੂੰ। ਜਦੋਂ ਸਿੱਖਾਂ ਦੇ ਬਾਣੀ ਪੜ੍ਹਨ ਦੀ ਆਵਾਜ਼ ਬਾਹਰ ਆਈ ਤੇ ਸੰਗਤ ਨੇ ਸਮਝ ਲਿਆ ਕਿ ਗੁਰੂ ਪਾਤਸ਼ਾਹ ਅੰਦਰ ਹੀ ਨੇ, ਗੁਰੂ ਕੇ ਸਿੱਖ ਵੀ ਅੰਦਰ ਹੀ ਮੌਜੂਦ ਹਨ। ਚਿਰਕਨ ਕਰਿਆ ਸਿਪਾਹੀ ਤੋਨ। ਕਹਿੰਦੇ ਨੇ ਹੁਣ ਉਹ ਜਿਹੜੇ ਸਿਪਾਹੀ ਸੀ ਇਹ ਹੁਣ ਥੋੜਾ ਗੁੱਸੇ ਵਿੱਚ ਆ ਗਏ, ਭਾਵ ਇਹਨਾਂ ਨੂੰ ਝਿੜਕਦੇ ਨੇ ਕਿ ਤੁਸੀਂ ਇੱਥੋਂ ਦੌੜ ਜਾਓ, ਨਹੀਂ ਤਾਂ ਤੁਹਾਡੀ ਵੀ ਹਾਲਤ ਮਾੜੀ ਹੋਵੇਗੀ। ਜਾਂ ਤੂੰ ਬਕਹਿ ਬੈਠ ਤਰਮੋਨ। ਇਸ ਲਈ ਕਹਿਣ ਲੱਗੇ ਜਿਹੜੇ ਅੰਦਰ ਸਿਪਾਹੀ ਸੀ ਉਹ ਉੱਚੀ ਬਾਣੀ ਪੜਨ ਵਾਲਿਆਂ ਨੂੰ ਝਿੜਕ ਰਹੇ ਸੀ ਵੀ ਤੁਸੀਂ ਉੱਚੀ ਕੀ ਬੋਲਦੇ ਹੋ, ਆਪਣਾ ਮੌਨ ਧਾਰ ਲਓ, ਭਾਵ ਚੁੱਪ ਕਰ ਜਾਓ, ਇਦਾਂ ਉੱਚੀ ਬੋਲਣ ਦੀ ਲੋੜ ਨਹੀਂ, ਕਿਉਂਕਿ ਪਤਾ ਸੀ ਬਾਹਰ ਆਵਾਜ਼ ਜਾਂਦੀ ਹੈ ਤੇ ਬਾਹਰ ਦਿਆਂ ਨੂੰ ਪਤਾ ਲੱਗਦਾ ਹੈ। ਜਿਹੜੇ ਬਾਹਰ ਦੇ ਸਿਪਾਹੀ ਨੇ ਉਹ ਬਾਹਰ ਵਾਲਿਆਂ ਨੂੰ ਝਿੜਕ ਰਹੇ ਆ ਵੀ ਤੁਸੀਂ ਹਵੇਲੀ ਤੇ ਆਸ-ਪਾਸ ਨਜ਼ਰ ਨਹੀਂ ਆਉਣਾ ਚਾਹੀਦੇ। ਅੰਦਰ ਦੇ ਸਿਪਾਹੀ ਗੁਰੂ ਕੇ ਸਿੱਖਾਂ ਨੂੰ ਝਿੜਕਦੇ ਹਨ। ਵਹਿਰ ਖਰੇ ਪਿਖ ਦੀਏ ਹਟਾਈ। ਵਹਿਰ ਖਰੇ ਜਿੰਨੀਆਂ ਵੀ ਸੰਗਤਾਂ ਬਾਹਰ ਖਲੋਤੀਆਂ ਸਨ, ਪਿੱਖ ਦੇ ਹਟਾਈ, ਸਾਰਿਆਂ ਨੂੰ ਹਟਾ ਦਿੱਤਾ ਵੀ ਆਪੋ ਆਪਣਾ ਜੇ ਭਲਾ ਚਾਹੁੰਦੇ ਹੋ ਤਾਂ ਆਪਣੇ ਆਪਣੇ ਘਰਾਂ ਨੂੰ ਮੁੜ ਜਾਵੋ। ਖਰੇ ਨਾ ਹੋ ਜਾਹੋ ਨਿਜ ਥਾਈ। ਖਰੇ ਨਾ ਹੋਵੋ, ਇੱਥੇ ਕੋਈ ਵੀ ਖਲੋਤਾ ਹੋਇਆ ਨਜ਼ਰ ਨਹੀਂ ਆਉਣਾ ਚਾਹੀਦਾ, ਜਾਓ ਨਿਜ ਥਾਈ, ਆਪਣੇ ਆਪਣੇ ਥਾਂ ਟਿਕਾਣੇ ਚਲੇ ਜਾਵੋ। ਡਰੈ ਦੁਸ਼ਟ ਤੇ ਟਰ ਕਰ ਗਏ। ਕਹਿੰਦੇ ਹੁਣ ਉਹਨਾਂ ਨੇ ਡਰਾਵਾ ਦਿੱਤਾ ਤੇ ਪਤਾ ਵੀ ਸੀ ਵੀ ਦੁਸ਼ਟ ਪਾਪੀ ਚੰਦੂ ਦਾ ਕੀ ਪਤਾ ਕੀ ਕਰ ਦੇਵੇ, ਇਸ ਵਾਸਤੇ ਕਹਿੰਦੇ ਸਾਰੇ ਆਪੋ ਆਪਣੇ ਘਰ ਨੂੰ ਉਸ ਵੇਲੇ ਚਲੇ ਗਏ ਹਨ। ਸੁਧ ਆਪਸ ਮੈਂ ਕਰਤੇ ਪਏ। ਆਪਸ ਦੇ ਵਿੱਚ ਗੱਲਬਾਤ ਕਰਦੀਆਂ ਨੇ ਸੰਗਤਾਂ, ਇੱਕ ਦੂਜੇ ਨੂੰ ਖਬਰ ਦੇ ਰਹੀਆਂ ਹਨ। ਬਹੁਤ ਵੀ ਸੂਰਤ ਚਲੇ ਨਾ ਚਾਰਾ। ਕਹਿੰਦੇ ਹਾਲਤ ਸਾਡੀ ਬਹੁਤ ਮਾੜੀ ਹੈ, ਸਾਡਾ ਕੋਈ ਚਾਰਾ ਨਹੀਂ ਚੱਲਦਾ, ਸਾਡਾ ਕੋਈ ਜ਼ੋਰ ਨਹੀਂ ਇਹਨਾਂ ਦੇ ਅੱਗੇ ਚੱਲਦਾ, ਕਿਉਂਕਿ ਸਮੇਂ ਦੇ ਬਾਦਸ਼ਾਹ ਦੇ ਦਰਬਾਰ ਦਾ ਦੀਵਾਨ ਹੈ ਚੰਦੂ, ਇਹਦਾ ਰੁਤਬਾ ਵੀ ਬਹੁਤ ਹੈ, ਇਹਦਾ ਹੁਕਮ ਵੀ ਬੜਾ ਚੱਲਦਾ ਹੈ, ਸਰਕਾਰੀ ਦਰਬਾਰੇ ਇਹਦੀ ਚੱਲਦੀਆਂ, ਤੇ ਜਿੰਨੇ ਸਿਪਾਹੀ ਨੇ ਉਹ ਸਾਰੇ ਚੰਦੂ ਦੇ ਹੁਕਮ ਵਿੱਚ ਚੱਲਣ ਵਾਲੇ ਆ। ਇਸ ਲਈ ਕਹਿੰਦੇ ਆਪਸ ਵਿੱਚ ਗੱਲਾਂ ਕਰ ਰਹੀਆਂ ਸੰਗਤਾਂ ਵੀ ਕੀ ਕੀਤਾ ਜਾਏ, ਸਾਡਾ ਜ਼ੋਰ ਇਹਨਾਂ ਅੱਗੇ ਚੱਲਣਾ ਨਹੀਂ ਹੈ, ਕਿਉਂਕਿ ਇਹਨਾਂ ਦਾ ਜ਼ੋਰ ਇਸ ਵੇਲੇ ਇਹਨਾਂ ਦਾ ਬੋਲ ਬਾਲਾ ਹੈ। ਭੈ ਤੇ ਕਰੈ ਨਾ ਉਚੋ ਚਾਰਾ। ਹੁਣ ਕੋਈ ਇੱਥੇ ਪੁਕਾਰ ਵੀ ਇੰਨਾ ਡਰਾਵਾ ਇਹਨਾਂ ਨੂੰ ਦਿੱਤਾ ਗਿਆ ਲਾਹੌਰ ਦੇ ਵਾਸੀਆਂ ਨੂੰ ਕਿ ਕੋਈ ਉੱਚੀ ਕਿਸੇ ਅੱਗੇ ਪੁਕਾਰ ਕਰੇਗਾ ਵੀ ਕਿਹਦੇ ਅੱਗੇ, ਜਿਹਦੇ ਅੱਗੇ ਪੁਕਾਰ ਕਰਨੀ ਆ, ਫਰਿਆਦ ਲੈ ਕੇ ਜਾਣੀ, ਉਹਦੇ ਹੀ ਦਰਬਾਰ ਵਿੱਚ ਤੇ ਇਹ ਹੁਕਮ ਜਾਰੀ ਹੋਇਆ। ਜਿਹੜੀ ਆਪਾਂ ਵਾੜ ਕਤਲ ਕਰਦੇ ਆ ਨਾ ਕੰਡਿਆਂ ਦੀ ਖੇਤ ਨੂੰ ਬਚਾਉਣ ਲਈ, ਤੇ ਜੇ ਉਹ ਵਾੜ ਹੀ ਖੇਤ ਦਾ ਨੁਕਸਾਨ ਕਰਦੇ ਫਿਰ ਖੇਤ ਨੂੰ ਬਚਾਏਗਾ ਕੌਣ? ਰਾਜਾ ਹੁੰਦਾ ਹੈ ਪ੍ਰਜਾ ਦੀ ਰਖਵਾਲੀ ਵਾਸਤੇ, ਤੇ ਜੇ ਰਾਜਾ ਹੀ ਕਸਾਈ ਬਣ ਜਾਏ ਤੇ ਪ੍ਰਜਾ ਦੀ ਰਖਵਾਲੀ ਕੌਣ ਕਰੇਗਾ? ਜੇ ਰਾਜਾ ਹੀ ਪਾਪ ਕਮਾਉਣ ਲੱਗ ਜਾਏ ਤੇ ਪ੍ਰਜਾ ਨੂੰ ਪਾਪ ਕਮਾਉਣ ਤੋਂ ਕੌਣ ਹਟਾਏਗਾ? ਰਾਜੇ ਪਾਪ ਕਮਾਉਂਦੇ ਉਲਟੀ ਵਾੜ ਖੇਤ ਕੋ ਖਾਈ। ਵਾੜ ਤਾਂ ਕੀਤੀ ਸੀ ਵੀ ਖੇਤ ਬਚ ਜਾਏ, ਫਸਲ ਬਚ ਜਾਏ, ਪਰ ਜਿਹੜੀ ਵਾੜ ਕੀਤੀ ਸੀ ਉਹੀ ਖੇਤ ਨੂੰ ਖਤਮ ਕਰ ਗਈ, ਫਿਰ ਬਚਾਏਗਾ ਕੌਣ? ਮਾਂ ਬੱਚੇ ਨੂੰ ਬਚਾਉਂਦੀ ਹੈ, ਪਰ ਜੇ ਮਾਂ ਹੀ ਬੱਚੇ ਨੂੰ ਮਾਰਨ ਤੇ ਆ ਜਾਏ ਫਿਰ ਬੱਚੇ ਨੂੰ ਕੌਣ ਬਚਾਏਗਾ? ਇਸ ਵਾਸਤੇ ਕਹਿੰਦੇ ਅਸੀਂ ਫਰਿਆਦ ਕਰੀਏ ਤੇ ਕਿਹਦੇ ਅੱਗੇ ਕਰੀਏ? ਜਿਹੜੇ ਅੱਗੇ ਫਰਿਆਦ ਕਰਨੀ ਆ ਉਹ ਤਾਂ ਉਹਦੇ ਹੋ ਦਰਬਾਰ ਚੋਂ ਤੇ ਹੁਕਮ ਜਾਰੀ ਹੋਇਆ, ਤੇ ਜਿਹਦੇ ਅੱਗੇ ਫਰਿਆਦ ਕਰਨੀ ਆ ਚੰਦੂ ਉਸ ਸਰਕਾਰੀ ਦਰਬਾਰੇ ਦਾ ਬੰਦਾ ਹੈ, ਉਹਨੇ ਸਾਡੀ ਸੁਣਨੀ ਨਹੀਂ। ਸੰਗਤਾਂ ਇਸ ਤਰ੍ਹਾਂ ਬੇਸੂਰਤ ਹੋ ਕੇ ਆਪਸ ਵਿੱਚ ਗੱਲਾਂ ਕਰਦੀਆਂ ਹਨ। ਉਨ ਚੰਦੂ ਗਮਨਿਓ ਗੁਰਤੀਰ। ਕਹਿੰਦੇ ਇਸ ਤਰ੍ਹਾਂ ਸਮਾਂ ਜਿਹੜਾ ਸੀ ਬਤੀਤ ਹੋਇਆ, ਦਿਨ ਵੀ ਲੰਘਿਆ ਹੈ, ਰਾਤ ਦਾ ਸਮਾਂ ਵੀ ਲੰਘ ਗਿਆ, ਅਗਲਾ ਦਿਨ ਚੜ੍ਹ ਆਇਆ। ਪਹਿਲੇ ਦਿਨ ਭੁੱਖਣ ਪਾਣੀ ਰੱਖਿਆ, ਇੱਕ ਘੁੱਟ ਪਾਣੀ ਦਾ ਵੀ ਨਹੀਂ ਦਿੱਤਾ ਔਰ ਇੱਕ ਦਾਣਾ ਵੀ ਨਹੀਂ ਛਕਿਆ। ਉੱਥੇ ਕਹਿੰਦੇ ਫਿਰ ਅਗਲੇ ਦਿਨ ਫਿਰ ਇਹ ਚੰਦੂ ਆਪਣੇ ਘਰ ਤੋਂ ਚੱਲ ਕੇ ਜਿੱਥੇ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਬੰਦੀ ਬਣਾਇਆ ਉੱਥੇ ਚੱਲ ਕੇ ਆਉਂਦਾ ਹੈ। ਨਿਤੁਰ ਸੁਨਾਏ ਕਰੋ ਚੈ ਪੀਰ। ਕਹਿੰਦੇ ਨੇ ਉਸ ਵੇਲੇ ਫਿਰ ਜਦੋਂ ਦੇਖਿਆ ਵੀ ਇਹ ਤਾਂ ਡੋਲੇ ਹੀ ਨਹੀਂ, ਜਿਵੇਂ ਕੱਲ ਅਡੋਲ ਬੈਠੇ ਸੀ ਉਵੇਂ ਹੀ ਅੱਜ ਅਡੋਲ ਬੈਠੇ ਆ, ਜਿਵੇਂ ਕੱਲ ਇਹਨਾਂ ਦਾ ਚਿਹਰਾ ਖਿੜਿਆ ਹੋਇਆ ਸੀ ਅੱਜ ਵੀ ਉਵੇਂ। ਇਹ ਸੋਚਦਾ ਸੀ ਵੀ ਭੁੱਖ ਨਾਲ ਤੜਪਣਗੇ, ਇਹਨਾਂ ਦੇ ਚਿਹਰੇ ਮੁਰਝਾ ਜਾਣਗੇ, ਤੇ ਜਦੋਂ ਮੈਂ ਸਵੇਰੇ ਆਵਾਂਗਾ ਤੇ ਇਹ ਹੱਥ ਜੋੜ ਕੇ ਮੇਰੇ ਅੱਗੇ ਗਿੜਗੜਾਉਣਗੇ ਵੀ ਸਾਡੇ ਕੋਲੋਂ ਭੁੱਖ ਬਰਦਾਸ਼ਤ ਨਹੀਂ ਹੁੰਦੀ, ਸਾਡੇ ਕੋਲੋਂ ਇਹ ਪਿਆਸੇ ਤੇ ਹਾਏ ਰਿਹਾ ਨਹੀਂ ਜਾਂਦਾ। ਪਰ ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਸਾਨੂੰ ਗੁਰਬਾਣੀ ਦੇ ਰਾਹੀਂ ਚੜ੍ਹਦੀ ਕਲਾਂ ਵਿੱਚ ਰਹਿਣਾ ਸਿਖਾਇਆ ਜਾਂਦਾ ਹੈ, ਸਾਨੂੰ ਸਬਰ ਤੇ ਸੰਤੋਖ ਵਾਲਾ ਗੁਣ ਦਿੱਤਾ ਹੈ ਮਹਾਰਾਜ ਨੇ। ਸਤਿਗੁਰੂ ਮਹਾਰਾਜ ਜੀ ਉਸੇ ਤਰ੍ਹਾਂ ਚਿਹਰਾ ਖਿੜਿਆ ਹੋਇਆ, ਗੁਰੂ ਕੇ ਸਿੱਖਾਂ ਦੇ ਚਿਹਰੇ ਵੀ ਉਸੇ ਤਰ੍ਹਾਂ ਖਿੜੇ ਹੋਏ। ਕਹਿੰਦੇ ਜਦੋਂ ਚੰਦੂ ਨੇ ਆ ਕੇ ਦੇਖਣਾ ਕੀਤਾ, ਅਬ ਵੀ ਮਾਨ ਸੁਤਾ ਕੋ ਨਾਤਾ। ਕਹਿਣ ਲੱਗੇ ਹਜੇ ਵੀ ਤੁਸੀਂ ਡੋਲੇ ਨਹੀਂ, ਨਾ ਤੁਹਾਡੇ ਚਿਹਰੇ ਤੇ ਕੋਈ ਘਬਰਾਹਟ ਨਜ਼ਰ ਆਉਂਦੀ ਹੈ, ਹਜੇ ਵੀ ਮੌਕਾ ਹੈ। ਮੈਂ ਕੱਲ ਵਾਲੀ ਗੱਲ ਨੂੰ ਫਿਰ ਰਿਪੀਟ ਕਰਦਾ, ਫਿਰ ਦੁਹਰਾਉਣਾ। ਚੰਦੂ ਆਇਆ ਅਗਲੇ ਦਿਨ, ਕਹਿੰਦਾ ਵੀ ਗੁਰੂ ਪਾਤਸ਼ਾਹ ਨੂੰ ਮੈਂ ਤੁਹਾਡੇ ਅੱਗੇ ਫਿਰ ਕੱਲ ਵਾਲੀ ਗੱਲ ਨੂੰ ਦੁਹਰਾਉਣਾ, ਰਿਪੀਟ ਕਰਦਾ ਕਿ ਜਾਂ ਤੇ ਤੁਸੀਂ ਮੌਤ ਨੂੰ ਕਬੂਲ ਕਰੋ ਤੇ ਜਾਂ ਫਿਰ ਮੇਰੀ ਧੀ ਦਾ ਰਿਸ਼ਤਾ ਕਬੂਲ ਕਰੋ, ਦੋਵਾਂ ਚੋਂ ਇੱਕ ਤੁਹਾਨੂੰ ਮੰਨਣਾ ਪਵੇਗਾ। ਨਾਹੇ ਤਾਂ ਪ੍ਰਾਣ ਹੋਏਗੇ ਘਾਤਾ। ਨਹੀਂ ਤੇ ਫਿਰ ਤੁਹਾਡੇ ਪ੍ਰਾਣ ਜਿਹੜੇ ਆ ਇਹ ਮੈਂ ਨਾਸ਼ ਕਰ ਦਿਆਂਗਾ, ਭਾਵ ਤੁਹਾਨੂੰ ਉਹਦੇ ਮੁਤਾਬਕ ਵੀ ਮੌਤ ਦੇ ਘਾਟ ਉਤਾਰ ਦਿਆਂਗਾ। ਜੀਵਤ ਨਹਿ ਤੇ ਆਗੋ ਅਬ ਤੋਹੀ। ਕਹਿੰਦੇ ਜਿੰਨਾ ਚਿਰ ਮੈਂ
ਮੈਂ ਜਿਉਂਦਾ ਵਾਂ ਮੈਂ ਇਹ ਆਪਣਾ ਅੰਦਰ ਜਿਹੜਾ ਮੇਰੇ ਅੰਦਰ ਈਰਖਾ ਤੁਹਾਡੇ ਪ੍ਰਤੀ ਹੈ ਨਾ ਇਹ ਖਤਮ ਨਹੀਂ ਹੋਣ ਦਿਆਂਗਾ। ਜਿੰਨਾ ਚਿਰ ਮੈਂ ਜਿਉਂਦਾ ਤੁਹਾਨੂੰ ਦੁੱਖ ਤਸੀਹੇ ਜਿਹੜੇ ਆ ਉਹ ਮੈਂ ਦਿੰਦਾ ਰਵਾਂਗਾ। ਬਹੁ ਦਿਨ ਕੀ ਚਿੰਤਾ ਲਗ ਮੋਹੀ, ਕਿਉਂਕਿ ਮੈਂ ਬੜੇ ਦਿਨਾਂ ਤੋਂ ਇਹ ਪਲੈਨਿੰਗ ਕਰਦਾ ਆ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਹਾਂਗੀਰ ਤੋਂ ਹੁਕਮ ਜਾਰੀ ਕਰਵਾ ਕੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਵਸ ਵਿੱਚ ਕਰ ਲਾਂ ਤੇ ਫਿਰ ਮੈਂ ਆਪਣੀ ਮਨਮਾਨੀ ਕਰਾਂ। ਇੰਨੇ ਚਿਰਾਂ ਤੋਂ ਜਿਹੜੀ ਮੈਂ ਪਲੈਨਿੰਗ ਕਰਦਾ ਆ ਰਿਹਾ ਸੀ, ਅੱਜ ਮੈਨੂੰ ਜਾ ਕੇ ਉਹ ਸਫਲਤਾ ਮਿਲੀ ਹੈ। ਦਿਓ ਕਸ਼ਟ ਪਤ ਸਭ ਮੈਂ ਕੋਈ, ਹੁਣ ਮੈਂ ਆਪਣੇ ਅੰਦਰ ਦੀ ਪੜਾਸ ਜਿਹੜੀ ਚੰਗੀ ਤਰ੍ਹਾਂ ਕੱਢਾਂਗਾ, ਤੁਹਾਨੂੰ ਤਸੀਹੇ ਦੁੱਖ ਜਿਹੜੇ ਆ ਉਹ ਦੇਵਾਂਗਾ। ਅਬਲੋ ਤਰਾਸ ਭਇਓ ਨਹਿ ਕੋਈ, ਪਰ ਤੁਹਾਨੂੰ ਤੁਹਾਡੇ ਚਿਹਰੇ ਨੂੰ ਦੇਖ ਕੇ ਲੱਗਦਾ ਵੀ ਹੁਣ ਤੱਕ ਤੁਹਾਨੂੰ ਕੋਈ ਡਰ ਨਹੀਂ, ਕੋਈ ਤੁਹਾਡੇ ਅੰਦਰ ਡਰ ਨਜ਼ਰ ਨਹੀਂ ਆਉਂਦਾ ਹੈ। ਅਨਹੋ ਅਗਨ ਤਪਾਵਹੁ ਨੀਰ, ਇੰਨਾ ਤਪ ਗਿਆ ਕ੍ਰੋਧ ਵਿੱਚ, ਇੰਨਾ ਤਪ ਗਿਆ ਸਿਪਾਹੀਆਂ ਨੂੰ ਕਹਿੰਦਾ ਵੀ ਮੈਂ ਇਹਨਾਂ ਨੂੰ ਡਰਾਉਣਾ ਪਿਆ, ਇਹ ਡਰਦੇ ਨਹੀਂ, ਸਗੋਂ ਇਹਨਾਂ ਦਾ ਚਿਹਰਾ ਹੋਰ ਖਿੜ ਜਾਂਦਾ ਹੈ, ਇਹ ਮੁਸਕਰਾ ਰਹੇ ਨੇ। ਇਦਾਂ ਕਰੋ ਫਿਰ ਬਾਲਣ ਦਾ ਪ੍ਰਬੰਧ ਕਰੋ, ਅੱਗ ਬਾਲੋ ਔਰ ਦੇਗ ਇੱਕ ਭਾਂਡਾ ਖੁੱਲਾ ਵੱਡਾ ਲੈ ਕੇ ਆਓ, ਉਹਦੇ ਵਿੱਚ ਪਾਣੀ ਭਰ ਕੇ ਤੇ ਪਾਣੀ ਨੂੰ ਤਪਾਉਣਾ ਕਰੋ। ਬੀਚ ਬਿਠਾਵਹੁ ਤਪੈ ਸਰੀਰ, ਤੇ ਜਦੋਂ ਪਾਣੀ ਉਬਲਣ ਲੱਗ ਜਾਏ ਤੇ ਗੁਰੂ ਅਰਜਨ ਦੇਵ ਜੀ ਨੂੰ ਪਕੜ ਕੇ ਇਸ ਦੇਗ ਵਿੱਚ ਉਬਲਦੇ ਪਾਣੀ ਦੇ ਵਿੱਚ ਬਿਠਾਓ, ਤੇ ਜਦੋਂ ਉਬਲਦੇ ਪਾਣੀ ਵਿੱਚ ਚਮੜੀ ਤੇ ਚਰਬੀ ਢਲੇਗੀ ਨਾ, ਸੇਕ ਲੱਗੇਗਾ, ਫਿਰ ਆਪੇ ਹੀ ਮੇਰੀ ਈਨ ਮੰਨ ਲੈਣਗੇ, ਆਪੇ ਹੀ ਮੇਰੀ ਈਨ ਮੰਨ ਲੈਣਗੇ। ਕਹਿੰਦੇ ਨਾ ਤਪਿਆ ਪਿਆ ਸੀ ਕ੍ਰੋਧ ਵਿੱਚ, ਆਪਣੇ ਸਿਪਾਹੀਆਂ ਨੂੰ ਕਹਿੰਦਾ ਹੈ ਮੈਂ ਜਿਮ ਤਪਤਿਓ ਦਿਨ ਅਰ ਰਾਤੀ, ਜਿੱਦਾਂ ਮੈਂ ਦਿਨ ਰਾਤ ਤਪ ਰਿਹਾ ਨਾ, ਉਹਦੇ ਨਾਲੋਂ ਕਈ ਗੁਣਾ ਵੱਧ ਮੈਂ ਗੁਰੂ ਅਰਜਨ ਦੇਵ ਜੀ ਨੂੰ ਤਪਾਉਣਾ ਹੈ। ਮਹਾ ਕਸ਼ਟ ਤੇ ਸੁਲਗਤ ਛਾਤੀ, ਮੇਰੀ ਜਿਹੜੀਆਂ ਉਹ ਛਾਤੀ ਇਹ ਕਹਿੰਦੇ ਅੰਦਰੋਂ ਸੁਲਗ ਰਹੀ ਹੈ, ਅੱਗ ਦੇ ਵਾਂਗ ਅੰਦਰੋਂ ਜਿਹੜਾ ਉਹ ਸੁਲਗ ਰਹੀ ਹੈ। ਤਿਮ ਤਪਤਾਵੋ ਬਿਲ ਨਾ ਰਾਵੋ, ਇਸ ਲਈ ਦੇਰ ਨਾ ਲਾਓ, ਦੇਰੀ ਨਾ ਕਰੋ, ਛੇਤੀ ਨਾਲ ਪ੍ਰਬੰਧ ਕਰੋ ਅੱਗ ਬਾਲਣ ਦਾ। ਬਾਲਣ ਲੈ ਕੇ ਆਓ ਔਰ ਉਹਦੇ ਉੱਤੇ ਜਿਹੜਾ ਦੇਗ ਭਾਵ ਭਾਂਡਾ ਖੁੱਲਾ ਸਾਰਾ ਲਿਆ ਕੇ ਉਹਦੇ 'ਚ ਪਾਣੀ ਉਬਾਲਣਾ ਕਰੋ। ਨਾਹੇ ਤਲੇ ਨਾ ਤਮ ਨਵਾਵੋ, ਇਸ ਲਈ ਕਹਿੰਦੇ ਬਿਨਾਂ ਦੇਰੀ ਲਾਇਆ ਇਹ ਕਾਰਜ ਜਿੰਨਾ ਛੇਤੀ ਹੁੰਦਾ ਉਹ ਕਰਨਾ ਕਰੋ। ਸੁਣੀ ਦੁਸ਼ਟ ਕੀ ਆਇਸ ਜਬੈ, ਜਦੋਂ ਇਸ ਦੁਸ਼ਟ ਦੀ ਭਾਵ ਚੰਦੂ ਦੀ ਈਰਖਾ ਦੀ ਅਗਨੀ ਵਿੱਚ ਸੜ ਰਹੇ ਦੀ, ਕ੍ਰੋਧ ਦੀ ਅਗਨੀ ਵਿੱਚ ਸੜ ਰਹੇ ਦੀ, ਜਿਹਦਾ ਅੰਦਰ ਸੜ ਰਿਹਾ, ਕਿਉਂਕਿ ਜਿਹੜਾ ਆਪ ਅੰਦਰੋਂ ਤਪਿਆ ਹੋਇਆ ਉਹ ਦੂਜੇ ਨੂੰ ਵੀ ਤਪਾਉਣਾ ਚਾਹੁੰਦਾ ਹੈ, ਜਿਹੜਾ ਆਪ ਦੁਖੀ ਹੈ ਉਹ ਦੂਜੇ ਨੂੰ ਵੀ ਦੁਖੀ ਦੇਖਣਾ ਚਾਹੁੰਦਾ ਹੈ। ਤੇ ਇਹ ਅੰਦਰੋਂ ਸੜ ਕਿਉਂ ਰਿਹਾ, ਸਾੜ ਕਿਉਂ ਪੈਦਾ ਹੋ ਰਿਹਾ? ਕਿਉਂਕਿ ਇਹਦੇ ਅੰਦਰ ਪਰਮੇਸ਼ਵਰ ਦੇ ਨਾਮ ਦੀ ਬਖਸ਼ਿਸ਼ ਨਹੀਂ ਹੈ। ਆ ਸਾੜ ਤਪੰਦਾ ਤਿਸ ਲੱਗਾ ਹਰ ਨਾ ਹੋਣਾ ਜਿੰਨਾ ਪਾਸ, ਅੰਦਰ ਸਾੜਾ ਪੈਦਾ ਹੋ ਰਿਹਾ ਹੈ। ਕਈ ਵਾਰ ਅਸੀਂ ਦੂਜਿਆਂ ਦੀਆਂ ਖੁਸ਼ੀਆਂ, ਦੂਜਿਆਂ ਦੇ ਸੁੱਖ ਬਰਦਾਸ਼ਤ ਨਾ ਕਰਕੇ ਐਵੇਂ ਹੀ ਅੰਦਰੋਂ ਸੜਦੇ ਰਹਿੰਦੇ ਆ, ਆਪਣਾ ਖੂਨ ਸਾੜਦੇ, ਕਿਸੇ ਦਾ ਕੀ ਜਾਣੇ, ਆਪਣਾ ਖੂਨ ਅੰਦਰ ਸਾੜਦੇ ਰਹਿੰਦੇ ਆ, ਦੂਜਿਆਂ ਦੇ ਸੁੱਖ, ਦੂਜਿਆਂ ਦੀਆਂ ਖੁਸ਼ੀਆਂ ਵੇਖ ਵੇਖ ਕੇ। ਆਪਣੇ ਕੋਲ ਜਿਹੜੀਆਂ ਖੁਸ਼ੀਆਂ ਨੇ ਉਹ ਨਹੀਂ ਸਾਨੂੰ ਨਜ਼ਰ ਆਉਂਦੀਆਂ, ਪਰ ਦੂਜਿਆਂ ਦੀ ਵੇਖ ਕੇ ਸਾੜਾ ਪੈਦਾ ਹੋ ਜਾਂਦਾ ਹੈ। ਗੁਰੂ ਸਾਹਿਬ ਜੀ ਮਿਹਰ ਕਰਨ, ਚੰਦੂ ਇੰਨਾ ਅੰਦਰੋਂ ਈਰਖਾ ਦੀ ਅਗਨੀ ਵਿੱਚ ਸੜਿਆ ਪਿਆ, ਤੇ ਜਦੋਂ ਇਹਦੀ ਗੱਲ ਸੁਣੀ ਹੈ ਜਲ ਪਰ ਦੇਗ ਹਟਾਇਸ ਤਬੈ, ਉਸੇ ਵੇਲੇ ਕਹਿੰਦੇ ਫਿਰ ਬਾਲਣ ਲਿਆਂਦਾ ਗਿਆ, ਪਰ ਕੀਤਾ ਅੱਗ ਬਾਲਣ ਦਾ, ਔਰ ਦੇਗ ਭਾਵ ਉਹ ਖੁੱਲਾ ਭਾਂਡਾ, ਉਹਦੇ ਵਿੱਚ ਪਾਣੀ ਜਿਹੜਾ ਭਰ ਕੇ ਉਹਨੂੰ ਤਪਾਉਣਾ ਸ਼ੁਰੂ ਕੀਤਾ। ਸਦਾ ਬਾਰ ਬਾਰ ਤਪਤਾਓ, ਕਹਿੰਦੇ ਬਾਰ-ਬਾਰ ਉਹਦੇ ਵਿੱਚ ਬਾਲਣ ਜਿਹੜਾ ਉਹ ਪਾ ਕੇ ਉਸ ਅੱਗ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਬਾਰ ਬਾਰ ਲਿਓ ਮਨ ਸੁਨਾਓ, ਕਹਿੰਦੇ ਬਾਰ-ਬਾਰ ਜਿਹੜਾ ਉਹ ਤੁਸੀਂ ਇਹਨੂੰ ਅੱਗ ਜਿਹੜੀ ਆ ਤੇਜ਼ ਰੱਖਣੀ ਹੈ, ਭਾਵ ਇਹਨੂੰ ਠੰਡੀ ਨਹੀਂ ਪੈਣ ਦੇਣੀ, ਤਾਂ ਕਿ ਪਾਣੀ ਜਿਹੜਾ ਉਹ ਉਬਾਲੇ ਮਾਰਨ ਲੱਗ ਜਾਵੇ। ਕਹਿਓ ਬਾਕ ਹਮਕੋ ਡਰ ਪਾਵੈ, ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸੁਣ ਰਹੇ ਸੀ ਤੇ ਸਤਿਗੁਰੂ ਜੀ ਮੁਸਕਰਾ ਰਹੇ ਨੇ ਕਿ ਇਹ ਪਾਣੀ ਪਹਿਲਾਂ ਤੇ ਭੁੱਖਣ ਭਾਣੇ ਰੱਖ ਕੇ ਸਾਨੂੰ ਡਰਾਉਣਾ ਚਾਹੁੰਦਾ ਸੀ, ਜਦੋਂ ਦੇਖਿਆ ਵੀ ਨਹੀਂ ਹੁਣ ਇਹ ਪਾਣੀ ਉਬਾਲ ਕੇ ਤੇ ਇਹ ਅੱਗ ਬਾਲ ਕੇ ਸਾਨੂੰ ਡਰਾਉਣਾ ਚਾਹੁੰਦਾ ਹੈ। ਜਿਸ ਪੂਰਬ ਨਹੀਂ ਬਣਾਵੈ, ਸਤਿਗੁਰੂ ਮਹਾਰਾਜ ਜੀ ਕਹਿਣ ਲੱਗੇ ਚੰਦੂ ਜਿਵੇਂ ਤੇਰਾ ਮਨ ਕਰਦਾ, ਜਿਵੇਂ ਤੇਰੀ ਮਨ ਦੀ ਖੁਸ਼ੀ ਹੈ, ਜੇ ਤੈਨੂੰ ਠੰਡ ਮਿਲਦੀ ਹੈ ਸਾਨੂੰ ਉਬਲਦੇ ਪਾਣੀ ਵਿੱਚ ਬਿਠਾ ਕੇ, ਜੇ ਤੇਰੇ ਮਨ ਨੂੰ ਸਕੂਨ ਮਿਲਦਾ ਤੇ ਤੂੰ ਆਪਣੀ ਮਨ ਮਰਜ਼ੀ ਜਿਹੜੀ ਆ ਉਹ ਕਰ ਲੈ। ਨਹਿ ਦੁਵ ਦੋਹਿਤਾ ਲੇ ਕਬ ਨਾਤਾ, ਪਰ ਇੱਕ ਗੱਲ ਧਿਆਨ ਦੇ ਵਿੱਚ ਰੱਖ, ਜਿਹੜੀ ਗੱਲ ਅਸੀਂ ਪਹਿਲਾਂ ਆਖੀ ਸੀ, ਜਿਹੜੀ ਗੱਲ ਅਸੀਂ ਜਹਾਂਗੀਰ ਦੇ ਦਰਬਾਰ ਵਿੱਚ ਆਖੀ ਸੀ, ਜਿਹੜੀ ਗੱਲ ਕੱਲ ਤੇਰੀ ਹਵੇਲੀ ਵਿੱਚ ਆ ਕੇ ਆਖੀ ਸੀ, ਅੱਜ ਉਬਲਦੇ ਪਾਣੀ ਵਿੱਚ ਬੈਠ ਕੇ ਵੀ ਗੱਲ ਅਸੀਂ ਉਹੀ ਆਖਾਂਗੇ ਕਿ ਸਾਨੂੰ ਤੇਰੀ ਧੀ ਦਾ ਰਿਸ਼ਤਾ ਨਹੀਂ ਮਨਜ਼ੂਰ ਹੈ, ਸਾਨੂੰ ਤੇਰੀਆਂ ਗੱਲਾਂ ਨਹੀਂ ਮਨਜ਼ੂਰ, ਤੇਰੇ ਅੱਗੇ ਝੁਕਣਾ ਸਾਨੂੰ ਮਨਜ਼ੂਰ ਨਹੀਂ ਹੈ, ਇਸ ਲਈ ਤੂੰ ਇਹ ਡਰਾਵੇ ਦੀਆਂ ਗੱਲਾਂ ਨਾ ਕਰ। ਚਿਤ ਚੇ ਤਹਿਤ ਪ੍ਰਾਨ ਕਰ ਘਾਤਾ, ਇਹ ਤੂੰ ਆਪਣੇ ਅੰਦਰ ਝਾਤ ਮਾਰ ਕੇ ਵੇਖ ਕਿ ਪ੍ਰਾਣ ਸਾਡੇ ਲੈਣਾ ਚਾਹੁੰਦਾ ਕਿ ਆਪਣੇ ਗਵਾਉਣਾ ਚਾਹੁੰਦਾ। ਇਹ ਤੂੰ ਹੁਣ ਆਪਣੇ ਅੰਦਰ ਝਾਤ ਮਾਰ ਕਿ ਇਸ ਤਰ੍ਹਾਂ ਦਾ ਕਰਮ ਕਰਕੇ ਕਿਤੇ ਤੂੰ ਪਾਪ ਤਾਂ ਨਹੀਂ ਕਮਾ ਰਿਹਾ। ਜਿਤੇ ਅਵਗਿਆ ਕਰਿਆ ਦੁਖਾਵੈ, ਜਿੰਨੀ ਤੂੰ ਅਵਗਿਆ ਕਰੇਗਾ ਸਾਨੂੰ ਦੁੱਖ ਦੇਣ ਵਾਸਤੇ, ਜਿਤੋ ਅੰਤ ਦੁਖ ਲਹਿ ਪਛਤਾਵੈ, ਉਨਾ ਹੀ ਅੰਤ ਤੱਕ ਤੈਨੂੰ ਦੁੱਖ ਭੋਗਣਾ ਪਏਗਾ। ਤੇ ਜਦੋਂ ਤੂੰ ਦੁੱਖ ਭੋਗੇਗਾ ਫਿਰ ਦੁੱਖ ਲੈ ਪਛਤਾਵੇ, ਤੈਨੂੰ ਪਛਤਾਵੇ ਤੋਂ ਸਿਵਾ ਹੋਰ ਤੇਰੇ ਪੱਲੇ ਕੁਝ ਨਹੀਂ ਪੈ ਜਾਣਾ। ਕਿਉਂਕਿ ਜਦੋਂ ਦੁੱਖ ਭੋਗਣਾ ਪਏਗਾ ਨਾ, ਜੋ ਤੂੰ ਪਾਪ ਕਮਾ ਰਿਹਾ ਹੈ, ਜੋ ਤੂੰ ਈਰਖਾ, ਕ੍ਰੋਧ, ਹੰਕਾਰ ਦੇ ਵਸ ਹੋ ਕੇ ਕਰਮ ਕਰ ਰਿਹਾ ਹੈ, ਧਿਆਨ ਰੱਖੀ ਇਹ ਕੀਤੇ ਹੋਏ ਕਰਮ ਦਾ ਜਦੋਂ ਫਲ ਭੋਗਣਾ, ਦੋਸ਼ ਕਿਸੇ ਹੋਰ ਨੂੰ ਨਹੀਂ ਦੇਣਾ। ਫਿਰ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਣਾ। ਹੁਣ ਤੈਨੂੰ ਸਮਝਾ ਰਿਹਾ, ਤੈਨੂੰ ਸਮਝ ਨਹੀਂ ਆਣੀ ਕਿਉਂਕਿ ਤੇਰੀ ਅਕਲ ਤੇ ਪਰਦਾ ਪੈ ਚੁੱਕਾ ਹੈ। ਜਦੋਂ ਠੋਕਰ ਵੱਜੇਗੀ ਫਿਰ ਤੈਨੂੰ ਸਮਝ ਆਏਗੀ। ਸਭ ਕਹਿੰਦੇ ਪਾਪ ਕਮਾ ਰਿਹਾ ਹੈ, ਸਾਨੂੰ ਇਹ ਨਹੀਂ ਕਿ ਉਬਲਦੇ ਪਾਣੀ ਵਿੱਚ ਬੈਠਣ ਤੋਂ ਡਰ ਲੱਗਦਾ ਤਾਂ ਕਹਿ ਰਿਹਾ ਨਹੀਂ, ਬੈਠਦੇ ਅਸੀਂ ਜਾਵਾਂਗੇ, ਪਰ ਤੂੰ ਧਿਆਨ ਰੱਖੀ ਜਿੰਨਾ ਤੂੰ ਅਵਗਿਆ ਕਰ ਰਿਹਾ ਹੈ, ਜਿੰਨੇ ਤੂੰ ਪਾਪ ਕਮਾ ਰਿਹਾ ਹੈ, ਅੰਤ ਤੱਕ ਦੁੱਖ ਭੋਗਣਾ ਪਏਗਾ ਤੇ ਪਛਤਾਵਾ ਹੀ ਤੇਰੇ ਪੱਲੇ ਰਹਿ ਜਾਵੇਗਾ। ਕ੍ਰੋਧ ਪਸੀ ਹੋਏ ਜਿਮ ਅਕ ਕਰਤਾ, ਕ੍ਰੋਧ ਦੇ ਵਸ ਹੋ ਕੇ ਇਸ ਤਰ੍ਹਾਂ ਪਾਪ ਨਹੀਂ ਕਮਾਈਦਾ ਹੈ। ਪਰ ਹੈ ਨਰਕ ਜਮ ਫਾਸੀ ਧਰਤਾ, ਤੂੰ ਜਮ ਦੀ ਫਾਹੀ ਆਪ ਹੀ ਆਪਣੇ ਗਲ ਵਿੱਚ ਪਾ ਰਿਹਾ ਹੈ। ਇਹ ਜਿਹੜਾ ਕਾਮ, ਕ੍ਰੋਧ, ਲੋਭ, ਹੰਕਾਰ ਹੈ ਨਾ, ਇਹ ਇਨਸਾਨੀਅਤ ਦੇ ਦੁਸ਼ਮਣ ਨੇ। ਇਹ ਇਨਸਾਨੀਅਤ ਨੂੰ ਖਤਮ ਕਰਕੇ ਹੈਵਾਨੀਅਤ ਪੈਦਾ ਕਰਦੇ ਆ, ਤਾਂ ਹੀ ਤੇ ਅਸੀਂ ਇਹਨਾਂ ਤੋਂ ਛੁਟਕਾਰਾ ਪਾਉਣਾ ਹੈ। ਤਾਂ ਹੀ ਤੇ ਅਸੀਂ ਕਾਮ, ਕ੍ਰੋਧ, ਲੋਭ, ਹੰਕਾਰ ਤੋਂ ਬਚ ਕੇ ਰਹਿਣਾ ਜਿੰਨਾ ਹੋ ਸਕੇ, ਕਿਉਂਕਿ ਇਹ ਸਾਡੀ ਇਨਸਾਨੀਅਤ ਦਾ ਘਾਣ ਕਰਦੇ ਆ। ਅੰਦਰੋਂ ਹੀ ਅੰਦਰ ਉਹ ਕੀੜੇ ਦੀ ਤਰ੍ਹਾਂ ਸਾਨੂੰ ਅੰਦਰੋਂ ਹੀ ਅੰਦਰ ਇਹ ਖੋਖਲਾ ਕਰ ਦਿੰਦੇ ਆ। ਸਤਿਗੁਰੂ ਮਹਾਰਾਜ ਕਹਿੰਦੇ ਕ੍ਰੋਧ ਵਸ ਹੋ ਕੇ ਤੂੰ ਕਰਮ ਤਾਂ ਕਰ ਰਿਹਾ ਹੈ, ਪਰ ਜਮ ਦੀ ਫਾਹੀ ਵੀ ਤੂੰ ਆਪਣੇ ਗਲ ਵਿੱਚ ਆਪ ਹੀ ਪਾ ਰਿਹਾ ਹੈ। ਤਿਸ ਕੋ ਫਲਿਆ ਬਲੇ ਹੋ ਮਹਾਨਾ, ਇਸ ਲਈ ਜੋ ਤੇਰੇ ਮਨ ਦੇ ਵਿੱਚ ਆਉਂਦਾ ਹੈ ਤੂੰ ਉਹ ਕਰਮ ਕਰ ਲੈ। ਦੇਉ ਸਜਾਏ ਪ੍ਰਾਨ ਕਰ ਹਾਨਾ, ਜੋ ਕਰਮ ਕਰੇਗਾ ਉਹ ਫਲ ਤੈਨੂੰ ਭੋਗਣਾ ਪੈਣਾ। ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ, ਕਿ ਜੋ ਬੀਜੇਗਾ ਉਹੀ ਫਲ ਤੈਨੂੰ ਫਿਰ ਭੋਗਣਾ ਪੈਣਾ। ਜਦੋਂ ਫਲ ਭੋਗਣਾ ਹੈ ਤੇ ਫਿਰ ਜਿਹੜੀ ਸਜ਼ਾ ਤੈਨੂੰ ਮਿਲਣੀ ਹੈ ਤੇਰੇ ਕਰਮ ਦੀ, ਉਹ ਦੋਸ਼ ਕਿਸੇ ਹੋਰ ਦਾ ਨਹੀਂ ਹੋਵੇਗਾ। ਗੁਰੂ ਭਨਿਓ ਜੇ ਨਹਿ ਤਬ ਕਹਿਓ, ਕਹਿੰਦੇ ਨੇ ਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜੇ ਤੂੰ ਸਾਡੀ ਗੱਲ ਇਸ ਵਕਤ ਨਹੀਂ ਮੰਨੇਗਾ ਜਾਂ ਤੇਰੀ ਸਮਝ ਵਿੱਚ ਗੱਲ ਨਹੀਂ ਆ ਰਹੀ ਹੈ, ਤਉ ਕਹਿਓ ਜੈਸੇ ਕਰ ਚਾਹਿਓ, ਫਿਰ ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਜਿਵੇਂ ਤੂੰ ਚਾਹੁੰਦਾ ਹੈ, ਤੂੰ ਆਪਣੀ ਮਨ ਮਰਜ਼ੀ ਦਾ ਕਰਮ ਕਰਕੇ ਵੇਖ ਲੈ। ਕਹਿ ਚਾਕਰ ਸੋ ਦੇਗ ਉਬਾਰੀ, ਕਹੇ ਚਾਕਰ ਮੈਨੇ ਜਿਹੜੇ ਉਹਦੇ ਉੱਥੇ ਨੌਕਰ, ਸੇਵਕ, ਸਿਪਾਹੀ ਸੀ, ਇਹਨੂੰ ਫਿਰ ਗੱਲ ਸਮਝ ਨਹੀਂ ਆਈ। ਇਹ ਭੁੱਲ ਗਿਆ
ਕਿ ਜਿਨ੍ਹਾਂ ਨੂੰ ਤਤੀ ਤਵੀ ਤੇ ਜਾਂ ਉਬਲਦੇ ਪਾਣੀ ਵਿੱਚ ਬਿਠਾਉਣਾ ਹੈ, ਉਹ ਤਾਂ ਸਿੱਖ ਸੰਗਤਾਂ ਨੂੰ ਰੋਜ਼ ਪੜਾਉਂਦੇ ਆ। ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚਾਉ ਗਿਰਦ ਹਮਾਰੇ ਰਾਮਕਾਰ, ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਉਹ ਤਾਂ ਸਿੱਖਾਂ ਨੂੰ ਵੀ ਇੰਨਾ ਵੱਡਾ ਜੀਵਨ ਦੇ ਰਿਹਾ। ਜਿਸ ਗੁਰੂ ਪਾਤਸ਼ਾਹ ਨੂੰ ਉਬਲਦੇ ਪਾਣੀ 'ਚ ਬਿਠਾਉਣਾ ਚਾਹੁੰਦਾ ਹੈ, ਇਹ ਭੁੱਲ ਗਿਆ ਵੀ ਉਸੇ ਗੁਰੂ ਪਾਤਸ਼ਾਹ ਦੇ ਘਰ ਚੋਂ ਆਵਾਜ਼ ਆਉਂਦੀ ਹੈ, ਤਪਤ ਕੜਾਹਾ ਬੁਝ ਗਿਆ ਗੁਰ ਸ਼ੀਤਲ ਨਾਮ ਦਿਓ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜਿਓ। ਇਸ ਲਈ ਕਹਿੰਦੇ ਨੇ ਇਹਨੇ ਸਾਹਿਬ ਜੀ ਕਹਿੰਦੇ ਜੋ ਤੇਰੇ ਚਿੱਤ 'ਚ ਆਉਂਦਾ ਕਰ। ਉਸੇ ਵੇਲੇ ਕਹਿ ਚਾਕਰ ਸੋ ਦੇਗ ਉਬਾਰੀ, ਕਹਿੰਦੇ ਨੇ ਦੇਗ ਵਿੱਚ ਪਾਣੀ ਨੂੰ ਹੋਰ ਉਬਾਲਿਆ, ਅੱਗ ਹੋਰ ਤੇਜ਼ ਇਹਨੇ ਕਰ ਦਿੱਤੀ ਹੈ। ਪਕੜੋ ਦੇਹੋ ਤਿਸੀ ਮਨ ਹੰਡਾਰੀ, ਕਹਿੰਦੇ ਦੋ ਜਣੇ ਅੱਗੇ ਆਓ ਤੇ ਪਕੜੋ, ਦੋਵੇਂ ਜਣੇ ਗੁਰੂ ਸਾਹਿਬ ਨੂੰ ਬਾਹਾਂ ਤੋਂ ਪਕੜੋ ਤੇ ਚੁੱਕ ਕੇ ਉਬਲਦੇ ਪਾਣੀ ਵਿੱਚ ਬਿਠਾ ਦੇਵੋ। ਤਬ ਸਤਿਗੁਰ ਉੱਠ ਆਏ ਗਏ। ਮਹਾਰਾਜ ਕਹਿੰਦੇ ਕਿਉਂ ਇਹਨਾਂ ਨੂੰ ਤਕਲੀਫ ਦੇਣਾ ਹੈ, ਅਸੀਂ ਆਪ ਹੀ ਉੱਠ ਕੇ ਆਪੇ ਹੀ ਬਹਿ ਜਾਂਦੇ ਹਾਂ ਇਹਦੇ ਵਿੱਚ। ਸਤਿਗੁਰੂ ਆਪ ਹੀ ਉੱਠੇ ਔਰ ਉੱਠ ਕੇ ਆਪ ਹੀ ਸਤਿਗੁਰੂ ਉਬਲਦੇ ਪਾਣੀ ਵਿੱਚ ਚੌਂਕੜਾ ਮਾਰ ਕੇ ਬੈਠ ਗਏ। ਤਪਤ ਨੀਰ ਮਹਿ ਬੈਠੇ ਤੇ ਪਏ, ਜਦੋਂ ਉਬਲਦੇ ਪਾਣੀ ਵਿੱਚ ਸਤਿਗੁਰੂ ਮਹਾਰਾਜ ਜੀ ਚੌਂਕੜਾ ਮਾਰ ਬੈਠੇ ਹਨ, ਆਹਾ ਕਰ ਹੇਰ ਸਿੱਖ ਕਰੈ। ਉਸ ਵੇਲੇ ਸਿੱਖਾਂ ਤੋਂ ਇਹ ਦੇਖਿਆ ਨਾ ਗਿਆ ਕਿ ਸੱਚੇ ਪਾਤਸ਼ਾਹ ਸਾਡੇ ਹੁੰਦਿਆਂ ਤੁਹਾਨੂੰ ਉਬਲਦੇ ਪਾਣੀ ਵਿੱਚ ਇਹ ਤਸੀਹੇ ਚੱਲਣ ਦੀ ਕੀ ਲੋੜ ਹੈ। ਜਿਹੜੇ ਪੰਜ ਗੁਰੂ ਕੇ ਸਿੱਖ ਨੇ ਨਾ, ਦੇਖ ਰਹੇ ਆ ਦੂਰੋਂ, ਉਹਨਾਂ ਕੋਲੋਂ ਕਹਿੰਦੇ ਇਹ ਬਰਦਾਸ਼ਤ ਨਾ ਹੋਇਆ। ਉਹ ਦੇਖ ਤਾਂ ਰਹੇ ਆ ਸਤਿਗੁਰੂ ਜੀ ਜਦੋਂ ਉੱਠ ਕੇ ਆਪ ਹੀ ਉਬਲਦੇ ਪਾਣੀ ਵਿੱਚ ਬੈਠੇ, ਚਮੜੀ ਢਲਣੀ ਸ਼ਰਬੀ ਢਲਣੀ ਸ਼ੁਰੂ ਹੋ ਗਈ ਉਸ ਵੇਲੇ, ਕਿਉਂਕਿ ਪਾਣੀ ਇੰਨਾ ਉਬਲਿਆ ਹੋਇਆ। ਜਦੋਂ ਗੁਰੂ ਕੇ ਸਿੱਖਾਂ ਨੇ ਵੇਖਿਆ ਹੈ, ਉਠਿਓ ਪਿਰਾਣਾ ਸ਼ਕਤ ਨਜ਼ਰ, ਕਹਿੰਦੇ ਭਾਈ ਪਿਰਾਣਾ ਜੀ ਬੜਾ ਇਹਨਾਂ ਰੱਸੀ ਨਾਲ ਬੰਨ੍ਹਿਆ ਸੀ, ਜ਼ੋਰ ਲਾਇਆ ਔਰ ਰੱਸੀ ਜਿਹੜੀ ਆ ਖੁੱਲ ਗਈ ਜਾਂ ਜਿਵੇਂ ਟੁੱਟ ਗਈ ਆ। ਉਸੇ ਵੇਲੇ ਕਹਿੰਦੇ ਅੱਗੇ ਨੂੰ ਦੌੜ ਕੇ ਆਉਣ ਲੱਗਦੇ ਹਨ। ਦੁਰਦਿਸ਼ ਚਲਿਓ ਕੇ ਲਹੂ ਉਬਾਰੀ, ਵੀ ਗੁਰੂ ਸਾਹਿਬ ਜੀ ਨੂੰ ਮੈਂ ਉਬਲਦੇ ਪਾਣੀ ਚੋਂ ਕੱਢ ਕੇ ਤੇ ਆਪ ਉਹਨਾਂ ਦੀ ਜਗ੍ਹਾ ਤੇ ਬਹਿ ਜਾ। ਭਾਈ ਪਿਰਾਣਾ ਜੀ ਉਸੇ ਵੇਲੇ ਜਲਦੀ ਨਾਲ ਅੱਗੇ ਨੂੰ ਜਦੋਂ ਆਉਣ ਲੱਗੇ ਹਨ, ਹਤੋ ਦੁਸ਼ਟ ਚੰਦੂ ਦੁਰਚਾਰੀ, ਚੰਦੂ ਨੇ ਆਵਾਜ਼ ਦਿੱਤੀ, ਦੁਸ਼ਟ ਨੇ ਸਿਪਾਹੀਆਂ ਨੂੰ ਪਕੜੋ, ਇਹਨੂੰ ਨੇੜੇ ਨਹੀਂ ਆਉਣ ਦੇਣਾ। ਤਬੈ ਸਿਪਾਹੀ ਗਹਿ ਕਰ ਸੋਟਾ, ਤਬੇ ਸਿਪਾਹੀ ਗਹਿ ਕਰ ਸੋਟਾ, ਸਿਪਾਹੀ ਨੇ ਸੋਟਾ ਹੱਥ 'ਚ ਪਕੜਿਆ। ਭਾਈ ਪਿਰਾਣਾ ਜੀ ਜਿੱਥੇ ਪੰਜਾਂ ਸਿੱਖਾਂ ਨੂੰ ਬੰਨਿਆ ਸੀ, ਉੱਥੋਂ ਭਾਈ ਪਿਰਾਣਾ ਜੀ ਦੌੜ ਕੇ ਜਲਦੀ ਨਾਲ ਉਬਲਦੇ ਪਾਣੀ ਤੱਕ ਉਸ ਦੇਗ ਤੱਕ ਆਉਣਾ ਚਾਹੁੰਦੇ ਸੀ। ਉਸੇ ਵੇਲੇ ਚੰਦੂ ਨੇ ਇਸ਼ਾਰਾ ਕੀਤਾ, ਪਕੜੋ ਉਹਨੂੰ। ਕਹਿੰਦੇ ਉਸੇ ਵੇਲੇ ਸਿਪਾਹੀ ਨੇ ਹੱਥ ਵਿੱਚ ਸੋਟਾ ਜਿਹੜਾ ਪਕੜਿਆ ਸੀ, ਦੋਇ ਤੈ ਹਤੇ ਜਾਤ ਕੋ ਹੋਟਾ, ਉਹ ਦੋ ਤਿੰਨ ਸੋਟੇ ਜਿਹੜੇ ਆ ਜ਼ੋਰ ਨਾਲ ਭਾਈ ਪਿਰਾਣਾ ਜੀ ਨੂੰ ਮਾਰਨਾ ਕੀਤਾ ਤੇ ਰੋਕਣਾ ਕੀਤਾ। ਸਤਿਗੁਰ ਕਹਿਓ ਨਾ ਆਵੋ ਤੀਰ, ਜਦੋਂ ਦੋ ਤਿੰਨ ਸੋਟੇ ਮਾਰੇ, ਹੁਣ ਇਹ ਪਿਆਰ ਹੈ ਨਾ, ਮਾਂ ਤੇ ਪੁੱਤ ਦਾ ਪਿਆਰ ਹੈ। ਜੇ ਪੁੱਤ ਨੂੰ ਤਕਲੀਫ ਹੋਈ ਤੇ ਮਾਂ ਨੂੰ ਵੀ ਹੋਏਗੀ, ਜੇ ਮਾਂ ਨੂੰ ਤਕਲੀਫ ਹੋਈ ਤੇ ਪੁੱਤ ਨੂੰ ਵੀ ਹੋਏਗੀ। ਹੁਣ ਜੇ ਪੁੱਤ ਨੇ ਵੇਖਿਆ ਵੀ ਮਾਂ ਉਬਲਦੇ ਪਾਣੀ ਵਿੱਚ ਬੈਠੀ ਆ ਤੇ ਰਿਹਾ ਨਹੀਂ ਗਿਆ, ਦੌੜਿਆ, ਤੇ ਜਦੋਂ ਮਾਂ ਨੇ ਵੇਖਿਆ ਮੇਰੇ ਪੁੱਤ ਨੂੰ ਸੋਟਾ ਮਾਰਦੇ ਤੇ ਮਾਂ ਕੋਲੋਂ ਨਹੀਂ ਰਿਹਾ ਹੋ ਗਿਆ। ਗੁਰੂ ਤੇ ਸਾਡਾ ਰਿਸ਼ਤਾ ਇਹ ਮਾਂ ਤੇ ਪੁੱਤ ਵਾਲਾ ਹੈ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਪਿਤਾ ਵੀ ਆ ਤੇ ਮਾਂ ਵੀ ਆ। ਅਸੀਂ ਐਸੇ ਗੁਰਦੇਵ ਦੇ ਸਾਰੇ ਬੱਚੇ ਆ, ਧੀਆਂ ਪੁੱਤਰ ਆ। ਗੁਰੂ ਸਾਹਿਬ ਜੀ ਨੇ ਜਦੋਂ ਦੇਖਿਆ ਨਾ ਵੀ ਸੋਟਾ ਮਾਰ ਰਿਹਾ, ਸਤਿਗੁਰੂ ਕਹਿੰਦੇ ਭਾਈ ਪਿਰਾਣਾ ਅੱਗੇ ਨਾ ਆ, ਪਿੱਛੇ ਨੂੰ ਮੁੜ ਜਾ। ਪਰ ਦੁਸ਼ਟ ਜਰ ਕਾਟੇ ਨੀਰ, ਇਹ ਦੁਸ਼ਟ ਨੇ, ਇਹਨਾਂ ਨੂੰ ਤੇਰੀ ਤੇ ਸਾਡੀ ਗੱਲ ਸਮਝ ਵਿੱਚ ਨਹੀਂ ਆਏਗੀ। ਬਸ ਇਹ ਅਸੀਂ ਤਾਂ ਦੇਖੋ ਰੋਜ਼ ਅਰਦਾਸ ਕਰਦੇ, ਜਿਹੜੇ ਨਿਤਨੇਮੀ ਨੇ ਨਾ, ਉਹ ਤਾਂ ਰੋਜ਼ ਕਹਿੰਦੇ ਆ ਖੜ ਕੇ ਤਮੈ ਸ਼ਰਨ ਤੇ ਹਾਰੀ, ਆਪ ਹਾਥ ਲਿਓ ਬਾਰੀ, ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਮਾਰੇ ਕਹਿੰਦੇ ਇਹ ਦੁਸ਼ਟ ਨੇ, ਇਹਨਾਂ ਨੂੰ ਨਾ ਤੇਰੀ ਗੱਲ ਸਮਝ ਆਉਣੀ ਆ ਤੇ ਨਾ ਸਾਡੀ ਆਉਣੀ ਹੈ। ਹਮ ਤੋ ਤਜ ਹੈ ਆਪਣੇ ਪ੍ਰਾਨ, ਅਸੀਂ ਤਾਂ ਅੰਮ੍ਰਿਤਸਰ ਸਾਹਿਬ ਤੋਂ ਆਏ ਹੀ ਆਪਣੇ ਤਨ ਨੂੰ ਤਿਆਗਣ ਵਾਸਤੇ ਹਾਂ। ਲਿਹੋ ਸਾਸਨਾ ਤੁਮ ਕਯੋ ਆਨ, ਇਸ ਲਈ ਤੂੰ ਹਜੇ 4 ਦਿਨ ਦਾ ਜੀਵਨ ਜਿਹੜਾ ਉਹ ਜਿਉਣਾ ਹੈ। ਕਰਿਓ ਦੂਰ ਕਰ ਜੋਰ ਪਿਰਾਣਾ, ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਬੈਠਿਆਂ ਹੋਇਆਂ ਕਿ ਜਾ ਭਾਈ ਪਿਰਾਣਾ ਪਿੱਛੇ ਨੂੰ ਜਿੱਥੋਂ ਆਇਆ ਉੱਥੇ ਜਾ ਕੇ ਖਲੋ ਜਾ। ਸ਼ਕਤ ਦਿਖਾਵਨ ਹੇਤ ਵਖਾਣਾ, ਕਹਿੰਦੇ ਨੇ ਸਤਿਗੁਰੂ ਮਹਾਰਾਜ ਜੀ ਦੇ ਬਚਨ ਮੰਨ ਕੇ ਭਾਈ ਪਿਰਾਣਾ ਜੀ 4 ਕਦਮ ਫਿਰ ਪਿੱਛੇ ਆ ਕੇ ਖਲੋ ਗਏ, ਪਰ ਉਹ ਆਪਣੀ ਪਾਵਰ ਦਿਖਾਣਾ ਚਾਹੁੰਦੇ ਆ ਤੇ ਇਹ ਨਾ ਸਮਝ ਲੈਣ ਵੀ ਇਹਨਾਂ ਦੇ ਪੱਲੇ ਹੀ ਕੁਝ ਨਹੀਂ ਆ। ਸਤਿਗੁਰੂ ਜੀ ਬੈਠੇ ਉਬਲਦੇ ਪਾਣੀ ਵਿੱਚ, ਪਾਣੀ ਉਬਾਲੇ ਮਾਰ ਰਿਹਾ ਤੇ ਸਾਹਿਬ ਕਹਿੰਦੇ ਤੇਰਾ ਕੀ ਆ, ਮਿੱਠਾ ਲੱਗਾ ਹਰ ਨਾਮ ਪਦਾਰਥ। ਇਹ ਕਹਿਣਾ ਸੌਖਾ ਜੇ, ਇਸ ਅਵਸਥਾ ਵਿੱਚ ਆ ਕੇ ਇਹ ਪੰਕਤੀ ਪੜ੍ਹਨੀ ਬੜੀ ਔਖੀ ਆ। ਸਾਨੂੰ ਤੇ ਬੈਠਿਆਂ ਕੀੜੀ ਲੜ ਜੇ ਨਾ ਤੇ ਮੁੜ ਕੇ ਪੰਕਤੀ ਵਿਸਰ ਜਾਂਦੀ ਆ ਵੀ ਕਿਹੜਾ ਪਾਠ ਮੈਂ ਕਰਦਾ ਸੀ। ਜੇ ਕਿਤੇ ਮਾੜਾ ਜਾਂ ਜਿਹੜਾ ਪਾਣੀ ਦੀ ਭਾਫ ਹੋਈ ਕਿਤੇ ਹੱਥ ਨੂੰ ਲੱਗ ਜਾਏ ਤੇ ਬੰਦੇ ਦਾ ਉਸ ਵੇਲੇ ਹਾਲ ਬੁਰਾ ਹੋ ਜਾਂਦਾ ਹੈ। ਪਾਣੀ ਵਿੱਚ ਉਬਲਦੇ ਪਾਣੀ 'ਚ ਹੱਥ ਪਾਉਣਾ ਤੇ ਦੂਰ ਦੀ ਗੱਲ, ਉਹਦੇ ਚੋਂ ਨਿਕਲਦੀ ਭਾਫ ਦਾ ਵੀ ਸੇਕ ਲੱਗ ਜਾਏ ਨਾ ਤਾਂ ਵੀ ਤੜਪਣ ਲੱਗ ਜਾਂਦੇ ਆ। ਪਰ ਸੱਚੇ ਪਾਤਸ਼ਾਹ ਅਡੋਲ ਬੈਠ ਕੇ ਕਹਿੰਦੇ ਤੇਰਾ ਕੀ ਆ, ਮਿੱਠਾ ਲੱਗਾ ਹਰ ਨਾਮ ਪਦਾਰਥ, ਨਾਨਕ ਮੰਗੈ। ਹੁਣ ਭਾਈ ਪਿਰਾਣਾ ਜੀ ਤੋਂ ਫਿਰ ਨਹੀਂ ਰਹਿ ਹੋਇਆ, ਉਹ ਆਪਣੀ ਪਾਵਰ ਸ਼ਕਤੀ ਜਿਹੜੀ ਦਿਖਾਉਣਾ ਚਾਹੁੰਦੇ ਹਨ। ਪ੍ਰਭ ਜੀ ਰਹਿਓ ਜਾਏ ਨਹਿ ਮੋਤੇ, ਉੱਚੀ ਸਾਰੀ ਭਾਈ ਪਿਰਾਣਾ ਨੇ ਕਿਹਾ ਪ੍ਰਭ ਜੀ ਮੇਰੇ ਕੋਲੋਂ ਇਹ ਨਹੀਂ ਦੇਖਿਆ ਜਾਂਦਾ। ਰਾਵਰ ਕੋਏ ਤਕ ਦੁਖ ਹੇਤੇ, ਇਹ ਇੰਨਾ ਤੁਸੀਂ ਵੀ ਆਰਾਮ ਨਾਲ ਬੈਠੇ ਹੋ, ਕੀ ਨਹੀਂ ਕਰ ਸਕਦੇ ਗੁਰੂ ਸਾਹਿਬ? ਇੱਕ ਅੱਖ ਝਮਕੇ ਨੂੰ ਵਿੱਚ ਖੇਡ ਬਦਲ ਸਕਦੇ ਆ। ਗੁਰੂ ਸਾਹਿਬ ਜੀ ਪਾਣੀ ਨੂੰ, ਉਬਲਦੇ ਪਾਣੀ ਨੂੰ ਬਰਫ਼ ਬਣਾ ਸਕਦੇ ਆ, ਇੰਨੀ ਪਾਵਰ ਸਮਰੱਥਾ ਹੈ। ਬਲਦੀ ਹੋਈ ਅੱਗ ਨੂੰ ਠੰਡਾ ਕਰ ਸਕਦੇ ਆ ਗੁਰੂ ਸਾਹਿਬ, ਪਰ ਨਹੀਂ, ਪਾਣੀ ਵਿੱਚ ਰਹਿ ਕੇ ਸਾਹਿਬ ਜੀ ਉਸ ਉਬਲਦੇ ਪਾਣੀ 'ਚ ਬੈਠੇ ਆ। ਸਾਹਿਬ ਜੀ ਤੁਹਾਡੇ ਕੋਲ ਇੰਨੀ ਸਮਰੱਥਾ ਹੈ, ਤੁਸੀਂ ਬੈਠੇ ਹੋ, ਪਰ ਮੇਰੇ ਕੋਲੋਂ ਨਹੀਂ ਦੇਖਿਆ ਜਾਂਦਾ। ਦਿੱਲੀ ਲਵਪੁਰ ਨਗਰ ਵਿਸਾਲੇ, ਹੁਣ ਇਹ ਗੱਲ ਧਿਆਨ ਨਾਲ ਸੁਣਿਓ, ਕਹਿੰਦੇ ਇੱਕ ਪਾਸੇ ਲਾਹੌਰ ਤੇ ਇੱਕ ਪਾਸੇ ਦਿੱਲੀ, ਇਹ ਜਿਹੜੇ ਦੋ ਪਾਸੇ ਹਨ। ਅਬ ਲੈਵੋ ਨਿਜ ਹਾਥ ਉਠਾ ਲੇ, ਮੈਂ ਦੋਵਾਂ ਹੱਥਾਂ ਤੋਂ, ਧਿਆਨ ਲਾ ਕੇ ਸੁਣਿਓ, ਦੋਵਾਂ ਹੱਥਾਂ ਤੋਂ ਇੱਧਰ ਲਾਹੌਰ ਨੂੰ ਪਕੜ ਲਵਾਂ, ਇੱਧਰ ਮੈਂ ਦਿੱਲੀ ਨੂੰ ਪਕੜ ਲਵਾਂ, ਦੋਨਾਂ ਹੱਥਾਂ ਤੋਂ ਪਕੜ ਕੇ ਦੋਹਨ ਭਿਰਾਵੋ ਜੋ ਕਰਤਾਈ, ਔਰ ਦੋਵਾਂ ਨੂੰ ਜ਼ੋਰ ਨਾਲ ਇਸ ਤਰ੍ਹਾਂ ਮਾਰਾਂ ਤੇ ਤਾਲੀ ਵੱਜ ਜਾਏ ਤੇ ਲਾਹੌਰ ਤੇ ਦਿੱਲੀ ਖਤਮ ਹੋ ਜਾਏ। ਕਿੰਨੀ ਪਾਵਰ ਹੈ ਗੁਰੂ ਕੇ ਸਿੱਖ ਦੇ ਵਿੱਚ, ਤੇ ਗੁਰੂ ਵਿੱਚ ਕਿੰਨੀ ਪਾਵਰ ਹੋਏਗੀ। ਕਹਿੰਦੇ ਮਹਾਰਾਜ ਜੀ ਜੇ ਤੁਸੀਂ ਹੁਕਮ ਕਰੋ, ਅੱਖ ਦਾ ਇਸ਼ਾਰਾ ਕਰੋ, ਮੈਂ ਇੱਧਰ ਲਾਹੌਰ ਮੁੱਠੀ 'ਚ ਲੈ ਲਵਾਂ ਤੇ ਇੱਧਰ ਦਿੱਲੀ, ਤੇ ਦੋਵਾਂ ਨੂੰ ਜ਼ੋਰ ਨਾਲ ਮਾਰ ਕੇ ਤਾਲੀ ਵੱਜ ਜਾਏ ਤੇ ਲਾਹੌਰ ਤੇ ਦਿੱਲੀ ਖਤਮ ਹੋ ਜਾਏ। ਜੇ ਮੈਨੂੰ ਇਸ਼ਾਰਾ ਕਰ ਦੇਵੋ, ਦੇਵੂ ਨਾਸ਼ ਕਰ ਲਗੈ ਨਾ ਬਾਰੀ, ਤੇ ਟਾਈਮ ਨਹੀਂ ਲੱਗੇਗਾ, ਦੋਵਾਂ ਨੂੰ ਨਾਸ਼ ਹੋਣ ਲੱਗਿਆ। ਜਿਹੜੇ ਇਹ ਕਹਿਰ ਕਮਾ ਰਿਹਾ, ਦਿੱਲੀ ਦੇ ਬਾਦਸ਼ਾਹ ਨੇ ਹੁਕਮ ਕੀਤਾ ਤੇ ਚੰਦੂ ਲਾਹੌਰ ਦੇ ਵਿੱਚ ਹਵੇਲੀ 'ਚ ਤਸੀਹੇ ਦੇ ਰਿਹਾ, ਇਹ ਜਿਹੜਾ ਕਹਿਰ ਕਮਾ ਰਿਹਾ ਨਾ, ਇਹ ਅੱਖ ਚਮਕ ਦੇ ਵਿੱਚ ਹੀ ਜੇ ਕਹੋ ਤੇ ਮੈਂ ਨਾਸ਼ ਕਰ ਦੇਵਾਂ। ਕਿਉਂ ਇਤਨੇ ਦੁੱਖ ਸਹੋ ਗਸਾਈ, ਕਿਉਂ ਮਹਾਰਾਜ ਤੁਸੀਂ ਇੰਨੀ ਬਖਸ਼ਿਸ਼ ਹੋਣ ਦੇ ਬਾਵਜੂਦ ਵੀ ਦੁੱਖ ਸਹਿ ਰਹੇ ਹੋ। ਦੇਹੋ ਸ਼ਾਰਤ ਮੁਖ ਕਹੋ ਨਾ ਕਾਈ, ਬਸ ਇੱਕ ਇਸ਼ਾਰਾ ਜਿਹੜਾ ਉਹ ਕਰ ਦਿਓ, ਬਹੁਤੀ ਦੇਰੀ ਨਹੀਂ ਲੱਗੇਗੀ। ਸੁਨ ਸਤਿਗੁਰ ਕਹਿ ਕੇ ਤੇ ਪਾਈ, ਸਤਿਗੁਰੂ ਜੀ ਨੇ ਜਦੋਂ ਸੁਣਿਆ ਨਾ ਤੇ ਸੁਣ ਕੇ ਸਤਿਗੁਰੂ ਜੀ ਆਖਣ ਲੱਗੇ, ਜੋ ਚਾਹਤ ਅਬ ਸ਼ਕਤ ਦਿਖਾਈ। ਕਹਿੰਦੇ ਭਾਈ ਪਿਰਾਣਾ ਦੇਖੋ ਉਬਲਦੇ ਪਾਣੀ 'ਚ ਬੈਠ ਕੇ ਵੀ ਆਮ ਜਿਵੇਂ ਗੱਲਾਂ ਕਰੀਦੀਆਂ ਉਵੇਂ ਕਰ ਰਿਹਾ। ਭਾਈ ਪਿਰਾਣਾ ਇੰਨੀ ਸ਼ਕਤੀ ਕਿੱਥੋਂ ਲਈ ਆ? ਜਿਹੜੀ ਤੂੰ ਪਾਵਰ ਦੀ ਗੱਲ ਕਰ ਰਿਹਾ ਵੀ ਮੈਂ ਦੋਵਾਂ ਨੂੰ ਮੁੱਠੀ 'ਚ ਪਕੜ ਕੇ ਤੇ ਹੱਥ ਤਾਲੀ ਮਾਰਾਂ ਤੇ ਖਤਮ ਕਰਦੇ ਆ, ਇਹ ਇੰਨੀ ਪਾਵਰ ਤੂੰ ਕਿੱਥੋਂ ਲਈ ਹੈ? ਸੁਨੋ ਗੁਰੂ ਕਰ ਸੇਵ ਤੁਮਾਰੀ। ਅੱਗੋਂ ਭਾਈ ਪਿਰਾਣਾ ਜੀ ਕਹਿੰਦੇ ਮਹਾਰਾਜ ਤੁਹਾਡੇ ਚਰਨਾਂ ਦੀ ਸੇਵਾ ਕਰਕੇ,
ਗੁਰੂ ਨਾਨਕ ਸਾਹਿਬ ਦੇ ਘਰ ਦੀ ਸੇਵਾ, ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਦੀ ਸੇਵਾ, ਤੁਹਾਡੇ ਚਰਨਾਂ ਦੀ ਸੇਵਾ ਨੂੰ ਕਮਾ ਕੇ ਇਹ ਬਖਸ਼ਿਸ਼ ਲਈ ਹੈ। ਭਇਓ ਕਿਰਪਾ ਤੇ ਪ੍ਰਾਕਰਮ ਭਾਰੀ। ਇਹ ਤਾਂ ਤੁਹਾਡੀ ਕਿਰਪਾ ਦੇ ਸਦਕਾ ਇੰਨੀ ਕੋ ਬਖਸ਼ਿਸ਼ ਜਿਹੜੀ ਪ੍ਰਾਪਤ ਹੋਈ ਹੈ। ਚੰਦੂ ਦੁਸ਼ਟ ਮੂਡ ਕਾ ਹੈ, ਇਹ ਜਿਹੜਾ ਚੰਦੂ ਦੁਸ਼ਟ ਪੁਣਾ ਆਪਣਾ ਦਿਖਾ ਰਿਹਾ ਹੈ। ਨਾਸੋ ਤੁਰਕ ਨਾਮ ਨਹਿਰ ਹੈ। ਮਹਾਰਾਜ ਬਸ ਤੁਹਾਡਾ ਹੁਕਮ ਚਾਹੀਦਾ, ਇਹ ਸਾਰੀ ਪਾਵਰ ਸ਼ਕਤੀ ਇਹ ਸਭ ਤੁਹਾਡੇ ਦਰ ਤੋਂ ਸੇਵਾ ਨੂੰ ਕਮਾ ਕੇ ਸਿਮਰਨ ਦੀ ਕਮਾਈ ਕਰਕੇ ਤੁਹਾਡੇ ਤੋਂ ਲਈ ਹੈ। ਤੇ ਜੇ ਤੁਸੀਂ ਕਹੋ ਤੇ ਚੰਦੂ ਦੇ ਸਮੇਤ ਤੁਰਕ ਦਾ ਵੀ ਨਾਸ਼ ਜਿਹੜਾ ਉਹ ਕਰ ਦੇਵਾਂ। ਜਿਨਕੇ ਰਾਜ ਮਹਾ ਅਨਿਆਏ। ਸਤਿਗੁਰੂ ਮਹਾਰਾਜ ਜੀ ਜਿਹਦੇ ਘਰ ਵਿੱਚ ਇੰਨਾ ਵੱਡਾ ਅਨਿਆਂ ਨਹੀਂ ਹੋ ਰਿਹਾ, ਇੰਨਾ ਵੱਡਾ ਅਨਿਆਈ ਹੋ ਰਿਹਾ ਹੈ। ਤੁਮ ਸਮ ਕੋ ਅਸ ਹੋਤ ਸਜਾਏ। ਤੇ ਮਹਾਰਾਜ ਜੀ ਤੁਸੀਂ ਸਰਬ ਕਲਾ ਸਮਰੱਥ ਹੋ। ਤੁਹਾਡੇ ਤਾਂ ਇੱਕ ਅੱਖ ਦੇ ਇਸ਼ਾਰੇ ਵਿੱਚ ਤੁਸੀਂ ਇੱਕ ਪਲ ਵਿੱਚ ਤਖਤਾਂ ਪਲਟ ਸਕਦੇ ਹੋ। ਤੁਸੀਂ ਤਾਂ ਕੀੜੇ ਨੂੰ ਬਾਦਸ਼ਾਹ ਬਣਾ ਸਕਦੇ ਹੋ ਤੇ ਬਾਦਸ਼ਾਹ ਦੇ ਲਸ਼ਕਰ ਨੂੰ ਪਲਾਂ ਵਿੱਚ ਸਵਾਹ ਕਰ ਸਕਦੇ ਹੋ। ਤੁਹਾਡੇ ਵਾਸਤੇ ਕੋਈ ਔਖੀ ਗੱਲ ਨਹੀਂ ਹੈ। ਗੁਰੂ ਕਹਿਓ ਜਿਨਕੀ ਕਰ ਸੇਵਾ। ਸਤਿਗੁਰੂ ਜੀ ਹੱਸ ਪਏ, ਉਬਲਦੇ ਪਾਣੀ 'ਚ ਬੈਠੇ ਵੀ ਮੁਸਕਰਾ ਪਏ ਤੇ ਮੁਸਕਰਾ ਕੇ ਕਹਿੰਦੇ ਭਾਈ ਪ੍ਰਾਣਾ, ਜਿਹਦੇ ਘਰ ਵਿੱਚੋਂ ਤੂੰ ਇੰਨੀ ਵੱਡੀ ਬਖਸ਼ਿਸ਼ ਲਈ ਹੈ, ਜਿਹਦੇ ਘਰ ਵਿੱਚੋਂ ਇੰਨੀ ਵੱਡੀ ਕਮਾਈ ਕਰਕੇ ਤੂੰ ਕਹਿੰਦਾ ਵੀ ਮੈਂ ਦੋਨਾਂ ਹੱਥਾਂ 'ਚ ਪਕੜ ਕੇ ਲਾਹੌਰ ਤੇ ਦਿੱਲੀ ਨੂੰ ਖਤਮ ਕਰ ਦਿਆਂ, ਜਿਸ ਘਰ ਤੋਂ ਇੰਨੀ ਸੇਵਾ ਕਮਾ ਕੇ ਇਹ ਤੂੰ ਬਖਸ਼ਿਸ਼ ਲਈ ਹੈ। ਲਈ ਸ਼ਕਤ ਧਾਰਤ ਹਮੇਵਾ। ਕਹਿੰਦੇ ਇੰਨੀ ਵੱਡੀ ਸ਼ਕਤ ਜਿਹੜੀ ਤੇਰੇ ਕੋਲ ਹੈ ਉਹ ਤੂੰ ਲੈਣਾ ਕੀਤੀ ਹੈ। ਤਿਨ ਮੋਹ ਸ਼ਕਤ ਹੈ ਕਹਿ ਨਾਹੀ। ਤੇ ਵੇ ਕਿਉਂ ਭੁੱਲ ਗਿਆ ਕਿ ਜੇ ਗੁਰੂ ਕੇ ਸਿੱਖ ਨੇ ਗੁਰੂ ਦੇ ਘਰ ਵਿੱਚ ਸੇਵਾ ਨੂੰ ਕਮਾ ਕੇ ਇੰਨੀ ਵੱਡੀ ਬਖਸ਼ਿਸ਼ ਲਈ ਹੈ, ਤੇ ਜਿਹਦੇ ਘਰੋਂ ਲਈ ਹੈ ਤੇ ਉਹਦੇ ਘਰ ਵਿੱਚ ਕਿੰਨੀ ਵੱਡੀ ਬਖਸ਼ਿਸ਼ ਹੋਏਗੀ, ਉਹ ਗੁਰੂ ਵਿੱਚ ਕਿੰਨੀ ਵੱਡੀ ਬਖਸ਼ਿਸ਼ ਹੋਏਗੀ ਜਿਹਦੇ ਸਿੱਖ ਵਿੱਚ ਇੰਨੀ ਵੱਡੀ ਬਖਸ਼ਿਸ਼ ਹੈ। ਕਿਮ ਜਾਣਤ ਆਪਣੇ ਮਨ ਮਾਹੀ। ਇਸ ਲਈ ਤੂੰ ਵੀ ਜਾਣਦਾ ਹੈ ਤੇ ਮੈਂ ਵੀ ਜਾਣਦਾ, ਜੋ ਤੇਰੇ ਕੋਲ ਪਾਵਰ ਹੈ ਇਹਨੂੰ ਦਿਖਾਉਣ ਦਾ ਯਤਨ ਨਾ ਕਰ, ਇਹਨੂੰ ਜਿਤਾਉਣ ਦਾ ਯਤਨ ਨਾ ਕਰ, ਨਹੀਂ ਤੇ ਅੰਦਰ ਇਹੀ ਤੇਰੀ ਜਿਹੜੀ ਪਾਵਰ ਹੈ ਇਹ ਹੋਮੇ ਦਾ ਕਾਰਨ ਬਣ ਜਾਏਗੀ। ਮੇਰੇ ਕੋਲ ਇੰਨੀ ਪਾਵਰ ਹੈ, ਇੱਥੇ ਹੋਮੇ ਦੀ ਬੋਲੀ ਨਹੀਂ ਬੋਲਣੀ। ਇੱਥੇ ਤਾਂ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਾ ਮੇਰਾ। ਇੱਥੇ ਮੈਂ ਨਹੀਂ ਕਹਿਣਾ, ਇੱਥੇ ਤਾਂ ਅਸੀਂ ਕਹਿਣਾ ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਤੇ ਫਿਰ ਤੂੰ ਕਿਸ ਤਰ੍ਹਾਂ ਕਹਿ ਦਿੱਤਾ ਵੀ ਮੇਰੇ 'ਚ ਇੰਨੀ ਪਾਵਰ ਹੈ ਤੇ ਮੈਂ ਆਹ ਕਰਕੇ ਦਿਖਾ ਸਕਦਾ? ਨਹੀਂ ਭਾਈ ਪ੍ਰਾਣਾ, ਤੈਨੂੰ ਅਸੀਂ ਨਾਲ ਲਿਆਏ ਹਾਂ ਇਸੇ ਲਈ ਆ ਕਿ ਤੂੰ ਕਮਾਈ ਵਾਲਾ ਗੁਰਸਿੱਖ ਹੈ। ਹੋਮੇ ਦੀ ਬੋਲੀ ਨਹੀਂ ਬੋਲਣੀ। ਇਸ ਵਾਸਤੇ ਸਾਹਿਬ ਕਹਿੰਦੇ ਜਿਸ ਘਰ ਤੋਂ ਸੇਵਾ ਕਰਕੇ ਤੂੰ ਇਹ ਬਖਸ਼ਿਸ਼ ਲਈ ਆ, ਫਿਰ ਉਸ ਘਰ ਦੇ ਵਿੱਚ ਕਿੰਨੀ ਵੱਡੀ ਬਖਸ਼ਿਸ਼ ਹੈ। ਜੇ ਜਾਣਤ ਤੂਸ਼ਨ ਕਰ ਰਹੋ। ਤੇ ਜੇ ਤੂੰ ਜਾਣਦਾ ਫਿਰ ਤੂਸ਼ਨ ਰਹੋ, ਆਪ ਚੁੱਪ। ਤੂੰ ਚੁੱਪ ਕਰਕੇ ਬਸ ਉਸ ਮਾਲਕ ਦੇ ਵਰਤ ਰਹੇ ਭਾਣੇ ਨੂੰ ਵੇਖ। ਅਸੀਂ ਵੀ ਉਹਦੇ ਭਾਣੇ ਵਿੱਚ ਬੈਠੇ ਆ ਤੇ ਇਹ ਆਪਣਾ ਦੁਸ਼ਟ ਪੁਣਾ ਜਿੰਨਾ ਦਿਖਾਉਣਾ ਚਾਹੁੰਦਾ ਇਹ ਦਿਖਾ ਦੇਵੇ, ਜਿੰਨੇ ਤਸੀਹੇ ਦੇਣਾ ਚਾਹੁੰਦਾ ਇਹ ਆਪਣਾ ਜ਼ੋਰ ਲਾ ਕੇ ਵੇਖ ਲਵੇ। ਪਰ ਸਾਡੇ ਮੁਖ ਤੋਂ ਤਾਂ ਇੱਕੋ ਹੀ ਬੋਲ ਨਿਕਲਣਾ ਹੈ, ਤੇਰਾ ਕੀਆ ਮਿੱਠਾ ਲੱਗਾ ਹਰ ਨਾਮ ਪਦਾਰਥ ਨਾਨਕ ਮੰਗੈ। ਅਸੀਂ ਉਹਦੇ ਹੁਕਮ ਵਿੱਚ ਤੁਰਨਾ ਹੈ। ਜਿਉਂ-ਜਿਉਂ ਤੇਰਾ ਹੁਕਮ ਤਿਵੇਂ ਤਿਉਂ ਹੋਵਣਾ, ਜਾਂ ਰੱਖੇ ਆਪ ਤੇ ਜਾਹੇ ਖੜੋਵਣਾ। ਜੇ ਭਗਤ ਸਾਹਿਬਾਨ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ ਨਾ, ਤੇ ਭਗਤ ਸਾਹਿਬਾਨ ਵੀ ਕਹਿੰਦੇ ਆ ਕਿ ਕਬੀਰ ਕੂਕਰ ਰਾਮ ਕੋ ਮੁਤੀਆਂ ਮੇਰੋ ਨਾਉ, ਗਲੇ ਹਮਾਰਾ ਜੇਵਰੀ ਜੈ ਖਿੰਚੈ ਤੈਂ ਜਾਓ। ਮੇਰੇ ਮਾਲਕਾ ਤੇਰੇ ਹੱਥ ਡੋਰ ਹੈ, ਜਿੱਧਰ ਨੂੰ ਵੀ ਤੂੰ ਖਿੱਚ ਲੇਗਾ ਅਸੀਂ ਤੇਰੇ ਹੁਕਮ ਵਿੱਚ ਹੱਸ ਕੇ ਉਸੇ ਪਾਸੇ ਤੁਰ ਪਾਂਗੇ। ਸਤਿਗੁਰੂ ਮਹਾਰਾਜ ਕਹਿੰਦੇ ਭਾਈ ਪ੍ਰਾਣਾ, ਜੇ ਗੱਲ ਸਮਝ ਵਿੱਚ ਆ ਗਈ ਤਾਂ ਤੂਸ਼ਨ ਰਹੋ। ਤੂਸ਼ਨ ਮਨੇ ਬਸ ਤੂੰ ਚੁੱਪ ਕਰ, ਸ਼ਾਂਤ ਹੋ ਤੇ ਉਸ ਪਰਮੇਸ਼ਵਰ ਦੇ ਨਾਮ ਰੰਗ ਵਿੱਚ ਰੰਗਣਾ ਕਰ। ਬੈਠੇ ਪਿਕਹੋ ਨਹੀਂ ਕੁਛ ਕਹੋ। ਬਸ ਬੈਠ ਕੇ ਦੇਖੋ, ਕੁਝ ਆਖਣਾ ਨਹੀਂ ਆਪਣੇ ਮੂੰਹੋਂ, ਜੋ ਵਰਤ ਰਿਹਾ ਕੇਵਲ ਉਹਨੂੰ ਦੇਖਣਾ ਕਰੋ। ਨਹੀਂ ਤਾਂ ਚੂਹੋ ਹੀ ਤੂੰ ਚਹਿ। ਇਸ ਲਈ ਸਤਿਗੁਰੂ ਮਹਾਰਾਜ ਨੇ ਇਹ ਵੀ ਕਿਹਾ ਹੋਏਗਾ ਕਿ ਅੱਜ ਸਮਾਂ ਮੇਰਾ ਹੈ, ਕੱਲ ਨੂੰ ਵਕਤ ਆਏਗਾ ਮੈਂ ਦੇਖਾਂਗਾ ਤੇ ਤੁਸੀਂ ਇਸ ਪਾਣੀ ਨੂੰ ਮੰਨ ਕੇ ਦਿਖਾਉਣਾ ਹੈ। ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਨਾਲ ਆਪਣੇ ਪਿਆਰਿਆਂ ਦੇ ਨਾਲ ਬਾਤਾਂ ਵੀ ਕਰ ਰਹੇ ਆ ਤੇ ਚੰਦੂ ਤਪਿਆ ਪਿਆ ਹੈ, ਪੂਰਾ ਅੱਗ ਵੀ ਉਹ ਭਾਂਡੇ ਨੂੰ ਤਪਾ ਰਹੀ ਹੈ, ਪਾਣੀ ਨੂੰ ਤਪਾ ਰਹੀ ਹੈ। ਉਬਲਦਾ ਪਾਣੀ ਸਤਿਗੁਰੂ ਜੀ ਦੇ ਤਨ ਨੂੰ ਤਪਾ ਰਿਹਾ ਹੈ, ਪਰ ਅੰਦਰ ਹਿਰਦੇ ਵਿੱਚ ਠੰਡ ਵਰਤ ਰਹੀ ਹੈ, ਅੰਦਰ ਸ਼ੀਤਲਤਾ ਵਰਤ ਰਹੀ ਹੈ। ਸਤਿਗੁਰੂ ਮਹਾਰਾਜ ਜੀ ਨੂੰ ਹੋਰ ਕਿਹੜੇ ਤਸੀਹੇ ਜਿਹੜੇ ਆ ਇਹ ਚੰਦੂ ਦੁਸ਼ਟ ਪੁਣੇ ਵਿੱਚ ਆ ਕੇ ਦਿੰਦਾ ਹੈ, ਉਹ ਆਪਾਂ ਅਗਲੇਰੇ ਇਤਿਹਾਸ ਨੂੰ ਅਗਲੇਰੇ ਸਮੇਂ ਵਿੱਚ ਜਾਣਨ ਦਾ ਯਤਨ ਕਰਾਂਗੇ। ਸਤਿਗੁਰੂ ਜੀ ਅੱਗੇ ਅਰਦਾਸ ਕਰੋ, ਸੱਚੇ ਪਾਤਸ਼ਾਹ ਸਾਡੇ ਤੇ ਆਪਣੀ ਮਿਹਰਮਤ ਕਰੋ, ਸਾਨੂੰ ਨਾਮ ਰੰਗ ਦੇ ਵਿੱਚ ਇੰਨਾ ਕੁ ਰੰਗ ਦਿਓ ਕਿ ਦੁੱਖ ਮੁਸੀਬਤਾਂ ਜਿੰਨੀ ਮਰਜ਼ੀ ਵੱਡੀ ਆ ਜਾਣ ਜਾਂ ਕੋ ਮੁਸ਼ਕਲ ਅੱਤ ਬਣੇ, ਔਰ ਸਮਾਂ ਐਸਾ ਹੋਵੇ ਕਿ ਢੋਈ ਕੋਈ ਨਾ ਦੇ, ਉੱਥੇ ਕੇਵਲ ਤੁਹਾਡਾ ਨਾਮ ਦਾ ਆਸਰਾ ਸਾਨੂੰ ਅਡੋਲ ਰੱਖੇ। ਐਸੀ ਕਿਰਪਾ ਦਇਆ ਸਾਡੇ ਤੇ ਕਰ ਦਿਓ। ਆਪਣਾ ਨਾਮ ਦਿਓ, ਆਪਣਾ ਨਾਮ ਦਿਓ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ, ਵਿਸਰਨਾ ਹੀ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ, ਨਾਨਕ ਚਾਹੋਏ ਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ। ਗੁਰੂ ਪਾਤਸ਼ਾਹ ਜੀ ਮਿਹਰਮਤ ਕਰਨ। ਅੱਜ ਦੀ ਵਿਚਾਰ ਕਰਦਿਆਂ ਬੇਅੰਤ ਭੁੱਲਾਂ ਹੋਈਆਂ ਸਤਿਗੁਰੂ ਬਖਸ਼ ਦੇਣ। ਅਗਾਂਹ ਤੋਂ ਮੇਰ ਦਾ ਹੱਥ ਰੱਖਣ, ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ। ਆਪ ਵੀ ਜੁੜੋ, ਹੋਰਾਂ ਨੂੰ ਵੀ ਜੋੜੋ, ਬਾਣੀ ਦੇ ਧਾਰਨੀ ਬਣੋ ਜੀ। ਬੜੇ ਪਿਆਰ ਸਤਿਕਾਰ ਦੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਦਰ ਘਰ ਤੋਂ ਨਿਵਾਜੇ ਹੋਏ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਗੁਰਬਾਣੀ ਕੀਰਤਨ ਦਾ ਆਪ ਜੀ ਨੇ ਲਾਹਾ ਪ੍ਰਾਪਤ ਕਰਨਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।